अस्सलाम वालेकुम। बिहाड़ी गोट फार्म मोहम्मद शाहद। हाँ जी वीरो, की हाल है? ठीक हो? अच्छा वीरो, अज ना अपने कोल मेहमान आए सीगे ते ये अपना तारफ भी करवाते आ ते इन्हां ने भी ना जानवर लए होए आ ते इन्हां नूं कुछ प्रॉब्लमां आ रही हैगियां वा बकरियां विच भी ते और बच्चों दे विच भी। ते जिहदे विच इन्हां ने अपने सवाल जिहड़े आ ओह लिखे होए आ ते ओह आपां इन्हां कोल पुछदे आ कि किहड़े है वा ते और दोस्तां नूं भी और दसदे कि ਇਹਦਾ ਹੱਲ ਇਹਦਾ ਕੀ ਹੈ ਵਾ। ਪਹਿਲਾਂ ਆਪਣਾ ਤਾਰਫ ਕਰਵਾ ਲਓ। अस्सलाम वालेकुम, मेरा नाम मोहम्मद अजीम कमालिया शहर तो शाहिद भाई को आए हैं। इन्हों का यूट्यूब चैनल देखते रहते हैं, उत्थे वीडियो भी आती रहती है और बहुत सारिया मालूमात मिलती रहती। लेकिन एक चीज़ मैं साथियों को कहांगा कि जो चीज़ प्रैक्टिकल आके देखना ना वो वीडियो च नहीं मिल सकती और ये बहुत सारे फवायद ने और सानू इत्थे आके पता चलिया है। तो ये वीडियो इंशाल्लाह बहुत ज़्यादा मालूमाती होएगी उन्हां लई जिहड़े नए काम करना चाह रहे हैं। असी खुद एक नवें एक महीना पहले जानवर लए ने और इस वीडियो में देखो कुछ सवाल ने मैं शाहिद भाई को कराँगा। शाहिद भाई का बहुत बहुत शुक्रिया, इन्होंने साड़ी बड़ी अच्छी मेहमान नवाजी की, बड़े इखलाक नाल साडे नाल पेश आए। अल्लाह ताला इन्होंने इज्जतां देवे जी। शाहिद भाई कोई सवाल ने? तो पहला सवाल ये है कि बकरी नूं गब्बन कितनी उम्र की होवे ते करवाना चाहिए? ਵੀਰੇ ਬੱਕਰੀ ਅਗਰ ਜੇ ਤੁਸੀਂ ਪੱਠ ਲਈ ਆ, ਪੱਠ ਕਮ ਕਮ ਜਦੋਂ 2 ਦੰਦ ਹੋ ਜਾਵੇ ਤੇ ਤੁਸੀਂ ਉਹਨੂੰ ਕਰਾਸ ਉਹਨੂੰ ਕਰਵਾਉਣਾ ਵਾ। ਤੇ ਇੱਕ ਚੀਜ਼ ਹੋਰ ਤੁਸੀਂ ਨੋਟ ਕਰਨੀ ਆ ਕਿ ਪੱਠ ਤੁਹਾਨੂੰ ਲੱਗਦੀ ਤਾਂ ਦੋਂਦੀ ਪਈ ਆ ਕਿ ਦੋਂਦੀ ਹੋ ਗਈ ਆ ਤੇ ਉਹਦਾ ਬਾਡੀ ਸਕੋਰ ਜਿਹੜਾ ਹੈ ਵਾ ਕਿ ਜਿਸਮਾਨੀ ਤੌਰ ਤੇ ਕਮਜ਼ੋਰ ਆ, ਤੁਸੀਂ ਉਹਨੂੰ ਕਰਾਸ ਨਹੀਂ ਕਰਵਾਉਣਾ ਹੈਗਾ। ਠੀਕ ਆ, ਇਹ ਕੋਈ ਲਾਜ਼ਮੀ ਨਹੀਂ ਹੈ ਕਿ ਤੁਸੀਂ ਦੋਂਦੀ ਹੀ ਕਰਾਸ ਕਰਵਾਉਣੀ ਆ। ਠੀਕ, ਅਗਰ ਜੇ ਤੁਸੀਂ 1 ਸਾਲ 1 ਮਹੀਨਾ ਜਾਂ 2 ਮਹੀਨੇ, ਕਿਉਂਕਿ ਅਕਸਰ ਜਿਹੜੀਆਂ ਪੱਠਾਂ ਜਿਹੜੀਆਂ ਹੈ ਵਾ ਉਹ 1 ਸਾਲ 2 ਮਹੀਨੇ 3 ਮਹੀਨੇ ਤੇ ਜਾ ਕੇ 2 ਦੰਦ ਹੋ ਜਾਂਦੀਆਂ ਵਾ। ਠੀਕ ਆ, ਅਗਰ ਉਹਦਾ ਬਾਡੀ ਸਕੋਰ ਇਸ ਤੋਂ ਪਹਿਲੇ ਤੁਸੀਂ ਪੂਰਾ ਕਰ ਲੈਂਦੇ ਹੋ, ਇਹ ਜਾਨਵਰ ਜਿਹੜੇ ਤੁਸੀਂ ਇੱਥੇ ਅਕਸਰ ਤੁਸੀਂ ਦੇਖ ਲਏ ਆ, ਜਿਹੜੀਆਂ ਪ੍ਰੈਗਨੈਂਟ ਪੱਠਾਂ ਤੁਹਾਨੂੰ ਮੈਂ ਉਹ ਵੀ ਦਿਖਾ ਦਿੱਤੀਆਂ ਵਾ। ਅਗਰ ਉਸ ਹਿਸਾਬ ਦਾ ਅਗਰ ਬਾਡੀ ਸਕੋਰ ਇਹਨਾਂ ਦਾ ਹੋ ਜਾਂਦਾ ਵਾ ਪਹਿਲੇ ਤੇ ਤੁਸੀਂ ਇਹਨਾਂ ਨੂੰ ਕਰਵਾ ਸਕਦੇ ਆ, ਕੋਈ ਏਡਾ ਇਸ਼ੂ ਨਹੀਂ ਹੈਗਾ। बिल्कुल ठीक। अगर कोई बकरी गब्बन नहीं हो रही, वो हीट ते नहीं आ रही, तो ਉਹਦਾ ਕੀ ਤਰੀਕਾ ਹੈ? ਅਗਰ ਤੇ ਤੁਸੀਂ ਉਹਦੇ ਵਿੱਚ ਸਭ ਤੋਂ ਪਹਿਲੇ ਤੁਸੀਂ ਚੈੱਕ ਕਰਨੀ ਆਪਣੀ ਖੁਰਾਕ ਕਿ ਅਸੀਂ ਖੁਰਾਕ ਉਹਨੂੰ ਕਿਹੜੀ ਪਾ ਰਹੇ ਹਾਂ। ਕਿਉਂਕਿ ਜਦੋਂ ਬੱਕਰੀ ਜਾਨਵਰ ਇੱਕ ਐਸਾ ਵਾ, ਅਗਰ ਤੇ ਜੇ ਤੁਸੀਂ ਇਹਨੂੰ ਖੁਰਾਕ ਐਸੀ ਦੋਗੇ ਜਿਹਦੇ 'ਚ ਐਨਰਜੀ ਪ੍ਰੋਟੀਨ ਇਹਦੀ ਪੂਰੀ ਹੈਗੀ ਆ, ਠੀਕ ਹੈ ਨਾ, ਤੇ ਉਸ ਬੱਕਰੀ ਨੂੰ ਅਗਰ ਜੇ ਤੁਸੀਂ ਕਰਾਸ ਕਰਵਾਓਗੇ, ਠੀਕ ਹੈ, ਇਨਸ਼ਾਅੱਲਾ ਉਹ अगर हीट ते आएगी तो इंशाल्लाह वो फिर कंसीव भी करेगी और तुहाडे को बच्चे भी देगी। अगर जे तुसी चारा उन्होंने नाकस पा रहे हो, क्योंकि नाकस चारा तो मराद कई ऐसे चारे हैं तुसी अक्सर यूट्यूब ते वीडियो भी तुसी देखते हो, ठीक है ना। अगर उदा का चारा तुसी पा रहे हो, वो बकरी अगर मिसाल के तौर पर अगर वो क्रॉस भी हो जाती है तो एंड की होना वा, जो बच्चे पैदा करेगी या उन्हें दूध नहीं देना, अगर या दूध नहीं देगी या वो बच्चे जोड़े तुहाडे को सर्वाइव ही नहीं कर सकने है। ये गल तो बिल्कुल ठीक है शायद भाई, लेकिन अगर वैसे एक बकरी हीट ते नहीं आ रही, कोई अल्लाह लो रीज़न हो सकती है, तो एहतियातन केड़ा टीका या कोई इस तरह का नुस्खा ਉਹਦੇ ਵਾਸਤੇ ਜਿਹੜਾ ਹੈ ਵਾ ਸਭ ਤੋਂ ਬੈਸਟ ਜਿਹੜਾ ਹੈ ਵਾ ਉਹ ਇਹਦੇ ਤੇ ਇੰਜੈਕਸ਼ਨ ਲੱਗਦਾ ਹੈ ਵਾ ਆਕਸੀ ਟੈਟਰਾਸਾਈਕਲੀਨ, ਜਿਹੜਾ ਰੈਜ਼ੋਮਾਈਸਿਨ ਦੇ ਨਾਮ ਤੋਂ ਆਉਂਦਾ, ਪਰ 5% ਜਿਹੜਾ ਅਸੀਂ ਇਸਤੇਮਾਲ ਕਰਵਾਉਂਦੇ ਆ, ਠੀਕ ਹੈ ਨਾ। ਕਿਉਂਕਿ ਬੇਸਿਕਲੀ ਇਹਦਾ ਤਲਕ ਜਿਹੜਾ ਹੈ ਵਾ ਇਹਦੇ ਬੱਚੇਦਾਨੀ ਦੇ ਨਾਲ ਹੁੰਦਾ ਵਾ, ਠੀਕ ਹੈ ਨਾ, ਯੂਟਰਸ ਦੇ ਨਾਲ ਇਹਦਾ ਤਲਕ ਹੁੰਦਾ ਵਾ। ਅਗਰ ਜੇ ਕੋਈ ਜਾਨਵਰ ਤੁਹਾਨੂੰ ਇਸ ਤਰ੍ਹਾਂ ਤੰਗ ਕਰ ਰਿਹਾ, ਬਾਰ-ਬਾਰ ਹੀਟ ਤੇ ਆ ਰਿਹਾ ਵਾ, ਠੀਕ ਹੈ, ਉਹਨੂੰ ਤੁਸੀਂ ਆਕਸੀ ਟੈਟਰਾਸਾਈਕਲੀਨ, ਠੀਕ ਹੈ, ਉਹਦਾ ਇਸਤੇਮਾਲ ਕਰਵਾਵੋ। ਕਮ ਅਜ਼ ਕਮ ਤੁਹਾਨੂੰ ਪਤਾ ਕਿ ਜਾਨਵਰ ਕਾਫੀ ਸਾਨੂੰ ਵੀ ਤੰਗ ਕਰ ਰਿਹਾ ਹੈਗਾ ਵਾ, ਬਹੁਤ ਡਿਸਟਰਬ ਕਰ ਰਿਹਾ ਵਾ, ਤੁਸੀਂ ਉਹਨੂੰ ਕਮ ਅਜ਼ ਕਮ ਜਿਹੜਾ ਹੈ ਨਾ 7 ਦਿਨ ਉਹਨੂੰ ਲਗਾਵੋ। ਇਨਸ਼ਾਅੱਲਾ ਜੋ 7 ਦਿਨ ਤੋਂ ਬਾਅਦ ਜਦੋਂ ਹੀਟ ਤੇ ਆਏਗੀ ਤੁਸੀਂ ਉਹਦੀ ਇੱਕ ਹੀਟ ਜਿਹੜੀ ਉਹ ਤੁਸੀਂ ਮਿਸ ਕਰ ਦੇਣੀ ਆ ਤੇ ਦੁਬਾਰਾ ਜਦੋਂ ਅਗਲੀ ਹੀਟ ਤੇ ਜਦੋਂ ਉਹਨੂੰ ਤੁਸੀਂ ਕਰਾਸ ਕਰਵਾ ਲੈਣਾ, ਉਮੀਦ ਆ ਕਿ ਇਨਸ਼ਾਅੱਲਾ ਉਹ ਕਨਸੀਵ ਕਰ ਜਾਏਗੀ। ਅਗਰ ਕੁਛ ਜਾਨਵਰ ਐਸੇ ਹੁੰਦੇ ਆ ਉਹ ਫਿਰ ਵੀ ਨਹੀਂ ਸੈੱਟ ਹੁੰਦੇ ਹੈਗੇ ਤੇ ਉਹਦੇ ਵਾਸਤੇ ਹੋਰ ਕਈ ਐਸੀ ਦਵਾਈਆਂ ਹੈ ਵਾ, ਅਗਰ ਉਹਦੇ ਤੇ ਆਪਾਂ ਵੀਡੀਓ ਅਗਰ ਜੇ ਬਣਾਉਣ ਲੱਗ ਪਏ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਹੈਗੀ। ਕਿ ਮੇਨ ਜਿਹੜੀ ਚੀਜ਼ ਹੈ ਨਾ ਆਕਸੀ ਟੈਟਰਾਸਾਈਕਲੀਨ ਜਿਹੜੀ ਹੈ ਵਾ ਉਹਦਾ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੇ हीट ते भी आ जाएगी और रह भी जाएगी। हाँ जी, हीट ते भी आ जाएगी और रह भी जाएगी। अक्सर मेरे वीर सवाल करते हैं कि साइक्लोमेट इंजैक्शन असल ਉਹਦਾ ਤਲਕ ਹੁੰਦਾ ਕਿ ਬੱਕਰੀ ਨੂੰ ਹੀਟ ਤੇ ਲਿਆਉਣ ਵਾਸਤੇ ਉਹ ਲਗਾਉਣਾ ਚਾਹੀਦਾ ਜਾਂ ਨਹੀਂ ਲਗਾਉਣਾ ਚਾਹੀਦਾ। ਮੈਂ ਉਹਦੇ ਖਿਲਾਫ ਆ ਕਿ ਨਹੀਂ ਲਗਾਉਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਆਪਣੇ ਜਾਨਵਰ ਨੂੰ ਖੁਰਾਕ ਅੱਛੀ ਪਾ ਰਹੇ ਹੋ तो इंशाल्लाह हीट ते भी आएगा तो और बच्चे भी पैदा करेगा, तुहानू किसी किस्म की कोई टेंशन नहीं आएगी। दूसरा सवाल मेरा ख्याल ये अंदर ही आ जाता है कि अगर वो गब्बन होने तो बाद एहतियातन हमल ज़ाया ना करे, बच्चे ना गिरावे, तो यही टीका है? नहीं, जो तुहानू पता चल गया कि साडा जानवर प्रैगनेंट है वा, ठीक आ,
ਮੇਨ ਚੀਜ਼ ਫਿਰ ਉੱਥੇ ਹੀ ਆ ਜਾਂਦੀ ਕਿ ਖੁਰਾਕ, ਠੀਕ ਹੈ। ਜਦੋਂ ਤੁਹਾਡੀ ਖੁਰਾਕ ਬਿਹਤਰ ਹੋਏਗੀ ਇਦਾਂ ਦੇ ਤੁਹਾਨੂੰ ਮਸਲੇ ਮਸਾਇਲ ਨਹੀਂ ਆਉਂਦੇ ਹੈਗੇ। ਹੁਣ ਜਿਸ ਤਰ੍ਹਾਂ ਕਿ ਪਿਛਲੀਆਂ ਗਰਮੀਆਂ ਹੁਣ ਗੁਜ਼ਰੀਆਂ, ਪਿਛਲੀਆਂ ਗਰਮੀਆਂ ਤੇ ਗਰਮੀ ਬਹੁਤ ਜ਼ਿਆਦਾ ਸੀਗੀ। ਸਾਡੇ ਇੱਕ ਦੋ ਜਾਨਵਰਾਂ ਨੇ ਇਹ ਕੰਮ ਕੀਤਾ ਕਿ ਜਦੋਂ 2.5 ਤੋਂ 3 ਮਹੀਨੇ ਦੇ ਜਦੋਂ ਪ੍ਰੈਗਨੈਂਟ ਸੀਗੇ, ਉਹਨਾਂ ਨੇ ਨਾ ਹਮਲ ਆਪਣਾ ਗਰਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉੱਥੇ ਕੀ ਇਸਤੇਮਾਲ ਕੀਤਾ, ਉੱਥੇ ਟ੍ਰਾਈਵਰਸਨ ਤੇ ਔਰ ਉਹਦੇ ਨਾਲ ਇੰਜੈਕਸ਼ਨ ਅਸੀਂ ਇਸਤੇਮਾਲ ਕੀਤਾ ਸੀ, ਪ੍ਰੋਜੈਸਟਰੋਨ ਜਿਹੜਾ ਇੰਜੈਕਸ਼ਨ ਨਾਲ ਅਸੀਂ ਉਹ ਇਸਤੇਮਾਲ ਕੀਤਾ ਸੀਗਾ, ਠੀਕ ਹੈ। ਤੇ ਉਹ ਅਸੀਂ ਇਸਤੇਮਾਲ ਕਿੰਨੇ ਦਿਨ ਕੀਤਾ ਸੀਗਾ, ਟ੍ਰਾਈਵਰਸਨ ਜਿਹੜਾ ਹੈ ਵਾ ਉਹ 3 ਦਿਨ ਕੀਤਾ ਸੀ, ਜਿਹੜਾ ਪ੍ਰੋਜੈਸਟਰੋਨ ਜਿਹੜਾ ਹੈ ਵਾ ਉਹ ਸਿਰਫ 1 ਦਿਨ ਅਸੀਂ ਲਗਾਇਆ ਸੀ। 5-5 ਸੀਸੀ ਇਹ ਇੰਜੈਕਸ਼ਨ ਅਸੀਂ ਲਗਾਇਆ ਸੀ। ਅਗਰ ਜੇ ਤੁਹਾਨੂੰ ਪਤਾ ਚੱਲ ਜਾਂਦਾ ਨਾ ਕਿ ਯਾਰ ਵੀ ਮੌਸਮੀ ਸ਼ਿੱਦਤ ਦੀ ਵਜ੍ਹਾ ਤੋਂ ਵੀ ਕੋਈ ਮਸਲਾ ਬਣ ਸਕਦਾ ਵਾ ਤੇ ਹਾਂ ਵੀ ਇhtiyatan ਤੁਸੀਂ ਲਗਾ ਸਕਦੇ। ਔਰ ਮੈਂ ਇਹਦੇ ਤੇ ਇੱਕ ਪ੍ਰੈਕਟੀਕਲੀ ਦੋਸਤਾਂ ਨੂੰ ਇਹ ਜਾਨਵਰ ਦਿਖਾਇਆ ਵੀ ਸੀ ਜਦੋਂ ਬਲੱਡ ਗਿਰਾ ਰਿਹਾ ਸੀਗਾ, ਤੇ ਉਸ ਤੋਂ ਬਾਅਦ ਅਲਹਮਦੁਲਿਲਾ ਉਹਨੇ ਸਾਡੇ ਕੋਲ 2 ਬੱਚੇ ਵੀ ਉਹਨੇ ਪੈਦਾ ਕੀਤੇ ਆ। ਅਗਰ ਬੱਕਰੀ ਡਿਲੀਵਰੀ ਦੇ ਬਿਲਕੁਲ ਕਰੀਬ ਆ, ਉਹ ਜ਼ੋਰ ਲਗਾ ਰਹੀ ਆ, ਘੰਟਾ ਡੇਢ ਹੋ ਗਿਆ, ਵਕਤ ਜ਼ਿਆਦਾ ਲੱਗ ਰਿਹਾ ਤੁਹਾਨੂੰ ਹੋ ਰਿਹਾ, ਲੇਕਿਨ ਉਹ ਡਿਲੀਵਰ ਨਹੀਂ ਕਰ ਰਹੀ, ਤਾਂ ਇhtiyatan ਕਿਹੜਾ ਇੰਜੈਕਸ਼ਨ ਲਗਾਉਣਾ ਚਾਹੀਦਾ ਤਾਂ ਕਿ ਉਹਨੂੰ ਆਸਾਨੀ ਹੋ ਜਾਏ? ਅਗਰ ਤੇ ਬੱਚਾ ਵੀ ਸਿੱਧਾ ਹੈ, ਕੋਈ ਹੋਰ ਇਸ਼ੂ ਨਹੀਂ ਵੈਸੇ ਕੋਈ? ਹਾਂ, ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਮੇਨ ਚੀਜ਼ ਫਿਰ ਖੁਰਾਕ ਤੇ ਮੁੱਕਦੀ ਆ। ਜਦੋਂ ਤੁਸੀਂ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਜਾਨਵਰ ਹੋਏਗਾ ਨਾ, ਜੇ ਤਾਂ ਤੁਸੀਂ ਆਪਣੇ ਜਾਨਵਰ ਨੂੰ ਪ੍ਰੋਪਰ, ਅਗਰ ਗਰਮੀ ਹੈ, ਗਰਮੀਆਂ ਵਿੱਚ ਬੱਚੇ ਆ ਰਹੇ, ਅਗਰ ਤੇ ਤੁਸੀਂ ਉਹਨੂੰ ਆਇਲ ਵਗੈਰਾ ਦਿੱਤਾ ਹੋਏਗਾ ਤਾਂ ਇਨਸ਼ਾਅੱਲਾ ਤੁਹਾਨੂੰ ਇਦਾਂ ਦੀ ਪ੍ਰੋਬਲਮ ਨਹੀਂ ਆਏਗੀ। ਅਗਰ ਸਰਦੀ ਵਿੱਚ ਡਾਲਟਾ ਘੀ ਵਗੈਰਾ ਜਾਂ ਤਿਲਾਂ ਦਾ ਤੇਲ ਜਿਹੜਾ ਅਗਰ ਜੇ ਤੁਸੀਂ ਉਹਦਾ ਇਸਤੇਮਾਲ ਕਰਵਾਇਆ ਵਾ ਤੇ ਇਨਸ਼ਾਅੱਲਾ ਤੁਹਾਨੂੰ ਇਦਾਂ ਦੀ ਜਿਹੜੀ ਹੈ ਨਾ ਪ੍ਰੋਬਲਮ ਬਿਲਕੁਲ ਹੀ ਨਹੀਂ ਆਏਗੀ। ਤੁਹਾਨੂੰ ਪਤਾ ਹੀ ਨਹੀਂ ਚੱਲਣਾ ਹੈਗਾ ਕਿ ਬੱਕਰੀ ਨੇ ਖੁਦ ਬ ਖੁਦ ਹੀ ਬੱਚੇ ਪੈਦਾ ਕਰ ਲਏ। ਲੇਕਿਨ ਅਗਰ ਅੱਲਾ ਨਾ ਕਰੇ ਕੋਈ ਹੋ ਜਾਂਦਾ ਹੈ, ਅਗਰ ਕਿਉਂਕਿ ਇੱਥੇ ਉਹ ਦੂਸਰਾ ਇੰਜੈਕਸ਼ਨ ਅਸੀਂ ਲਗਾਉਂਦੇ ਹੈ ਆਕਸੀਟੋਸਨ, ਠੀਕ ਹੈ। ਆਕਸੀਟੋਸਨ ਜਿਹੜਾ ਇੰਜੈਕਸ਼ਨ ਉਹ ਅਸੀਂ ਲਗਾਈਦਾ, ਸਾਨੂੰ ਪਤਾ ਚੱਲ ਜਾਵੇ ਨਾ ਕਿ ਹੁਣ ਇਹ ਬੱਕਰੀ ਬੱਚੇ ਡਿਲੀਵਰ ਕਰਨ ਲੱਗੀ ਆ ਤੇ ਅਸੀਂ ਉੱਥੇ ਆਕਸੀਟੋਸਨ ਦਾ ਇੰਜੈਕਸ਼ਨ ਅਸੀਂ ਲਗਾ ਦਈਦਾ। ਉਹਦੇ ਨਾਲ ਇਹ ਹੁੰਦਾ ਕਿ ਜਾਨਵਰ ਜਿਹੜਾ ਨਾ ਜਲਦੀ ਬੱਚੇ ਪੈਦਾ ਕਰ ਦਿੰਦਾ, ਆਸਾਨੀ ਨਾਲ ਬੱਚੇ ਨਾ ਪੈਦਾ ਕਰਦੇ। ਜਿਹੜੇ ਜਾਨਵਰ ਜ਼ੋਰ ਨਹੀਂ ਲਗਾਉਂਦੇ ਹੈਗੇ ਤੇ ਉਹ ਆਟੋਮੈਟਿਕ ਫਿਰ ਜ਼ੋਰ ਵੀ ਲਗਾਉਂਦੇ ਆ ਤੇ ਬੱਚੇ ਜਿਹੜੇ ਪੈਦਾ ਫਿਰ ਵੀ ਇਸ ਦਫਾ ਸਾਡੇ ਇਦਾਂ ਦਾ ਇਸ਼ੂ ਬਣਿਆ ਵਾ ਕਿ ਅਸੀਂ ਆਕਸੀਟੋਸਨ ਵੀ ਲਗਾਇਆ, ਉਸ ਦੇ ਬਾਵਜੂਦ ਜਿਹੜੇ ਸਾਨੂੰ ਉਹ ਦੁਸ਼ਵਾਰੀ ਪੇਸ਼ ਆਈ। ਅਸੀਂ ਹੱਥ ਪਾ ਕੇ ਅਸੀਂ ਬੱਚੇ ਜਿਹੜੇ ਬੱਕਰੀਆਂ ਸੀ ਸਵਾਈਆਂ ਔਰ ਅਲਹਮਦੁਲਿਲਾ ਠੀਕ ਆ। ਤੇ ਹੋਰ ਅੱਗੇ ਅਗਰ ਬੱਕਰੀ ਸੂ ਪਈ ਆ ਲੇਕਿਨ ਉਹ ਜੇਰ ਨਹੀਂ ਸਿੱਟ ਰਹੀ ਉਹਦੇ ਲਈ, ਤੇ ਅਗਰ ਬੱਕਰੀ ਸੂ ਪਈ ਆ, ਅਗਰ ਉਹ ਜੇਰ ਨਹੀਂ ਸਿੱਟ ਰਹੀ ਹੈਗੀ, ਉਹਨੂੰ ਤੁਸੀਂ ਪਹਿਲੀ ਗੱਲ ਇਹ ਆ ਕਿ ਅਗਰ ਜੇਰ ਨਹੀਂ ਸਿੱਟ ਰਹੀ ਹੈਗੀ, ਇਹ ਪ੍ਰੈਕਟੀਕਲੀ ਜਿਹੜੀਆਂ ਗੱਲਾਂ ਜਿਹੜੀਆਂ ਹੁਣ ਮੈਂ ਤੁਹਾਨੂੰ ਦੱਸਾਂਗਾ, ਸਾਡੇ ਕੋਲ ਸ਼ੁਰੂ ਵਿੱਚ ਇਦਾਂ ਦੀ ਸਾਨੂੰ ਬੜੇ ਮਸਲੇ ਆਏ ਆ। ਸਾਡੇ ਜਾਨਵਰ ਜੇਰ ਨਹੀਂ ਸਿੱਟਦੇ ਸੀਗੇ, ਅਸੀਂ ਕਦੀ ਉਹ ਕਾਲਾ ਦੇ ਕਦੀ ਉਹ ਦੇ। ਇਹ ਜਾਨਵਰ ਦੀ ਇੱਕ ਫਿਤਰਤ ਹੁੰਦੀ ਆ, ਕੋਈ ਜਾਨਵਰ ਅਗਰ ਜੇਰ ਨਹੀਂ ਸਿੱਟ ਰਿਹਾ ਤੁਸੀਂ ਉਹਦੀ ਪਰੇਸ਼ਾਨੀ ਨਹੀਂ ਲੈਣੀ ਹੈਗੀ। ਇਹ ਕੁਦਰਤ ਦਾ ਨਿਜ਼ਾਮ ਆ, ਜਿੱਦਾਂ ਵਕਤ ਗੁਜ਼ਰੇਗਾ ਉਹਨੇ ਆਸ-ਆਸ ਟੁਕੜਿਆਂ ਦੀ ਸੂਰਤ ਵਿੱਚ ਜਾਂ ਮੈਲੇ ਦੀ ਸੂਰਤ ਵਿੱਚ ਉਹਨੇ ਖੁਦ ਬ ਖੁਦ ਹੀ ਉਹਨੇ ਜਿਹੜੀ ਉਹਨੇ ਸਿੱਟਣੀ ਸ਼ੁਰੂ ਕਰ ਦੇਣੀ। ਲੋਕ ਕਹਿੰਦੇ ਤਾਂ ਨੁਕਸਾਨ ਹੁੰਦਾ ਅੰਦਰ ਰਵੇ, ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਠੀਕ ਆ। ਇਹ ਆਟੋਮੈਟਿਕ ਹੀ ਇਹ ਬਾਹਰ ਆ ਜਾਂਦੀ ਆ। ਤੇ ਜਿੱਥੇ ਅਗਰ ਜੇ ਤੁਸੀਂ ਆਕਸੀਟੋਸਨ ਦਾ ਇਸਤੇਮਾਲ ਕੀਤਾ ਹੋਏਗਾ ਇੰਜੈਕਸ਼ਨ ਦਾ, ਪਹਿਲੀ ਗੱਲ ਇਹ ਕੋਈ ਜਾਨਵਰ ਵੈਸੇ ਹੀ ਜੇਰ ਸਿੱਟ ਦਿੰਦਾ ਬੱਚਿਆਂ ਤੋਂ ਬਾਅਦ ਫੌਰਨ ਹੀ ਸਿੱਟ, ਹਾਂ ਫੌਰਨ ਹੀ ਸਿੱਟ ਦਿੰਦਾ ਵਾ। ਤੇ ਫਿਰ ਬਾਰ-ਬਾਰ ਉਹ ਖੁਰਾਕ ਦਾ ਹੀ ਵਿੱਚ ਆ ਰਿਹਾ ਵਾ। ਹੋ ਗਿਆ ਨਾ ਜੀ ਸ਼ਾਇਦ ਆਖਰ ਔਰ ਅਵਲ ਖੁਰਾਕ ਕੋ ਜੋ ਤੁਹਾਡੀ ਖੁਰਾਕ ਬਿਹਤਰ ਹੋਣੀ ਆ, ਇਹਦੇ ਵਿੱਚ ਤੁਹਾਨੂੰ ਇਦਾਂ ਦੀ ਕੋਈ ਵੈਸੇ ਪਰੇਸ਼ਾਨੀ ਨਹੀਂ ਹੈ। ਡਿਲੀਵਰੀ ਤੋਂ ਬਾਅਦ ਇhtiyatan ਬੁਖਾਰ ਵਗੈਰਾ ਦਰਦਾਂ ਵਗੈਰਾ ਤੋਂ ਕਿਹੜਾ ਇੰਜੈਕਸ਼ਨ? ਅੱਛਾ, ਇਹਦੇ ਤੇ ਅਕਸਰ ਮੇਰੇ ਵੀਰ ਮੈਨੂੰ ਨਾ ਬਹੁਤ ਹੀ ਸਵਾਲ ਕਰਦੇ, ਸ਼ਾਹਲ ਬਈ ਬੱਚੇ ਡਿਲੀਵਰ ਹੋ ਚੁੱਕੇ ਆ ਤੇ ਅਸੀਂ ਹੁਣ ਕਿਹੜੀ ਚੀਜ਼, ਕਿਹੜਾ ਐਂਟੀਬਾਇਓਟਿਕ ਆ ਜਾਂ ਤਾਕਤ ਦਾ ਕਿਹੜਾ ਇੰਜੈਕਸ਼ਨ ਆ ਜਿਹੜਾ ਅਸੀਂ ਉੱਥੇ ਇਸਤੇਮਾਲ ਕਰਵਾਈਏ। ਜੋ ਮੈਂ ਕਰ ਰਿਹਾ ਵਾਂ, ਮੈਂ ਬੱਕਰੀ ਚਾਹੇ ਆਸਾਨੀ ਨਾਲ ਉਹਨੇ ਬੱਚੇ ਪੈਦਾ ਕਰ ਦਿੱਤੇ ਆ, ਚਾਹੇ ਔਖੀ ਹੋਈ ਆ, ਉਹਦਾ 3 ਦਿਨ ਜਿਹੜਾ ਪ੍ਰੋਟੋਕੋਲ ਉਹ ਦੇਣਾ ਹੀ ਦੇਣਾ ਹੈਗਾ। ਤੁਸੀਂ ਇਹ ਨਹੀਂ ਸੋਚਣਾ ਯਾਰ ਇਹ ਬੱਕਰੀ ਬਿਲਕੁਲ ਤੰਦਰੁਸਤ ਹੈਗੀ ਆ ਤੇ ਅਸੀਂ ਹੁਣ ਇਹਨੂੰ ਕੋਈ ਚੀਜ਼ ਨਾ ਦਈਏ, ਨਹੀਂ। ਤੁਸੀਂ ਉਹਦਾ ਉਹ ਪ੍ਰੋਟੋਕੋਲ ਜਿਹੜਾ ਪੂਰਾ ਕਰਨਾ। ਬਾਅਦ ਔਕਾਤ ਇਸ ਤਰ੍ਹਾਂ ਹੁੰਦੀ ਆ ਕਿ ਬੱਕਰੀ ਜਦੋਂ ਬੱਚੇ ਪੈਦਾ ਕਰਦੀ ਹੈਗੀ ਹੈ ਨਾ, 1 ਹਫ਼ਤੇ ਤੋਂ ਬਾਅਦ ਆਸਤਾ ਚਾਰਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਜੋ ਕਿ ਤੁਹਾਨੂੰ ਵੀ ਇਹ ਮਸਾਇਲ ਆਏ ਆ, ਠੀਕ ਆ। ਤੇ ਉਹ ਕਿਉਂ ਕਰਦੀ ਆ? ਕਿਉਂਕਿ ਜਦੋਂ ਬੱਕਰੀ ਦਰਦਾਂ ਮਹਿਸੂਸ ਹੁੰਦੀਆਂ ਵਕਤੀ ਤੌਰ ਤੇ ਕਵਰ ਕਰ ਜਾਂਦੀ ਹੈ, ਵਕਤੀ ਤੌਰ ਤੇ ਕਵਰ ਕਰ ਜਾਂਦੀ, ਜਿੱਦਾਂ ਵਕਤ ਗੁਜ਼ਰਦਾ ਵਾ ਉਵੇਂ ਵਿੱਚ ਉਹ ਫਿਰ ਹਰ ਚੀਜ਼ ਜਿਹੜੀ ਵਾਜ਼ਿਆ ਹੁੰਦੀ ਉਹਦੇ ਤੇ ਜਿਹੜਾ ਅਸੀਂ ਇਸਤੇਮਾਲ ਕਰਦੇ ਹੈਗੇ ਆ, ਅਸੀਂ ਉੱਤੇ ਕਰਦੇ ਹੈਗੇ ਪੈਨਸਲੀਨ। ਮੈਂ ਜੋ ਇਸਤੇਮਾਲ ਕਰ ਰਿਹਾ PPS LA ਕਰ ਰਿਹਾ ਵਾਂ, ਠੀਕ ਆ। ਅਗਰ ਦੋਸਤਾਂ ਨੂੰ ਹੋਰ ਵੀ ਪੈਨਸਲੀਨ ਕਈ ਨਾਮਾਂ ਤੋਂ ਹੈ ਵਾ, ਠੀਕ ਆ, ਤੁਸੀਂ ਉਹਦੀ ਉੱਪਰ ਕੰਪੋਜੀਸ਼ਨ ਦੇਖ ਲਿਆ ਕਰੋ ਕਿ ਕੀ ਉਹਦੇ ਵਿੱਚ ਹੈ ਵਾ। ਉਹਦੇ ਮੁਤਬਾਦਲ ਅਗਰ ਜੇ ਤੁਹਾਨੂੰ ਕੋਈ ਨਜ਼ਰ ਆਉਂਦਾ ਤੁਸੀਂ ਉਹ ਇਸਤੇਮਾਲ ਕਰ ਸਕਦੇ ਹੋ। 5 ਗ੍ਰਾਮ ਇਸਤੇਮਾਲ ਕਰ ਸਕਦੇ ਹੋ। ਪੈਨਸਲੀਨ ਜਿਹੜਾ ਹੈ ਉਹ 3 ਤੋਂ 5 ਦਿਨ ਮੈਂ ਲਗਾਉਣਾ ਹੁੰਦਾ ਵਾ। ਨਾਲ ਪਹਿਲਾ ਜਿਹੜਾ ਸ਼ਾਟ ਜਿਹੜਾ ਮੈਂ ਦੇਣਾ ਹੁੰਦਾ ਵਾ ਜਾਂ B12, ਠੀਕ ਆ।
ਤੇ ਜਾਂ ਸਾਈਨੋਕੋਪ ਉਹਦਾ ਵੀ ਇੱਕ ਸ਼ਾਟ ਲਾਜ਼ਮੀ ਦੇਣਾ ਹੁੰਦਾ ਵਾ। ਤੇ ਨਾਲ ਪੇਨ ਕਿਲਰ ਜਿਹੜਾ ਹੈ ਵਾ, ਜਿਸ ਤਰ੍ਹਾਂ ਕੀਟੋਰਾਈਜ਼ ਉਸ ਤੋਂ ਬਾਅਦ ਆ ਕੀਟੋਪਰੋਫੀਨ, ਇਹਨਾਂ ਦੋਨੋਂ ਕੀਟੋਰਾਈਜ਼ ਦੇ ਵਿੱਚ ਕੀਟੋਪਰੋਫੀਨ ਆ, ਤੇ ਜਿਹੜਾ ਹੈ ਵਾ ਦੂਸਰਾ ਕੀਟੋਰਾਈਜ਼ ਇਹਦੇ ਵਿੱਚ ਹੀ ਕੀਟੋਪਰੋਫੀਨ ਹੈ। ਕੋਈ ਵੀ ਪੇਨ ਕਿਲਰ ਲੈ ਕੇ ਤੁਸੀਂ ਉਹ ਵੀ ਬੱਕਰੀ ਨੂੰ ਲਾਜ਼ਮੀ ਲਗਾਉਣਾ। ਅਗਲੇ ਦਿਨ ਜਦੋਂ ਤੁਸੀਂ ਦੁਬਾਰਾ ਇਹਦੀ ਟ੍ਰੀਟਮੈਂਟ ਕਰਨੀ ਹੈਗੀ ਆ, ਅਗਰ ਉਹਨੂੰ ਬੁਖਾਰ ਹੋਵੇ ਤੁਸੀਂ ਪੇਨ ਕਿਲਰ ਲਗਾਉਣਾ ਨਹੀਂ, ਤਾਂ ਤੁਸੀਂ ਉਹੀ ਐਂਟੀਬਾਇਓਟਿਕ ਹੀ ਤੁਸੀਂ ਲਗਾਉਣਾ ਹੈਗਾ ਵਾ। ਜੀ ਜੀ। ਅਗਰ ਇਹ ਤੋਂ ਬਾਅਦ ਕੋਈ ਕਾੜਾ ਛਾੜਾ ਦੇਣ ਦੀ ਜ਼ਰੂਰਤ, ਜਿਹਦੇ ਨਾਲ ਉਹ ਮੈਲਾ ਮੂਲਾ ਸਿੱਟ ਦੇਵੇ, ਜਾਂ ਅਗਰ ਜੇ ਤੁਸੀਂ ਕਾੜਾ ਅਗਰ ਦੇਣਾ ਹੀ ਹੈ ਵਾ, ਕਿਉਂਕਿ ਅਸੀਂ ਨਾ ਬਹੁਤ ਕਮ ਕਾੜੇ ਵਗੈਰਾ ਜਿਹੜੇ ਦਿੰਨੇ, ਕਿਉਂਕਿ ਜਦੋਂ ਦੋਸਤ ਵੀ ਇਸਰਾਰ ਕਰਦੇ ਨਾ ਫਿਰ ਦੱਸ ਵੀ ਦਈਦਾ ਯਾਰ ਤੁਸੀਂ ਚਲੋ ਦੇ ਦਿਓ ਕਾੜਾ। ਕਾੜਾ ਜਿਹੜਾ ਹੈ ਵਾ, ਜਿਹੜਾ ਆਮ ਆਪਾਂ ਹੈਗੇ ਅਜਵਾਇਨ ਔਰ ਗੁੜ, ਜੀ ਠੀਕ ਆ। ਵੱਡੀ ਬੱਕਰੀ ਆ ਉਹਨੂੰ ਤੁਸੀਂ 50 ਗ੍ਰਾਮ ਅਜਵਾਇਨ ਦਾ ਇਸਤੇਮਾਲ ਕਰਾਓ, ਠੀਕ ਆ। ਤੇ ਗੁੜ ਜਿਹੜਾ ਹੈ ਵਾ ਉਹ ਤਕਰੀਬਨ ਜਿਹੜਾ ਹੈ ਤੁਸੀਂ ਉਹਦੇ ਵਿੱਚ ਕੋਈ 25 ਗ੍ਰਾਮ ਜਿਹੜਾ ਵਾ ਗੁੜ ਜਿਹੜਾ ਉਹ ਤੁਸੀਂ ਪਾ ਲਿਆ ਕਰੋ। ਤੇ ਕਾੜਾ ਬਣਾਉਣ ਤੋਂ ਪਹਿਲੇ 2 ਗਲਾਸ ਤੁਸੀਂ ਪਾਣੀ ਦੇ ਅਗਰ ਜੇ ਪਾਏ, ਜਦੋਂ 1 ਗਲਾਸ ਰਹਿ ਜਾਵੇ ਉਬਾਲ ਕੇ, ਤੇ ਉਹ ਜਦੋਂ 1 ਗਲਾਸ ਰਹਿ ਜਾਵੇ ਉਹਨੂੰ ਠੰਡਾ ਕਰਕੇ ਅਜਵਾਇਨ ਸਮੇਤ ਜੋ ਵੀ ਉਹਦੇ ਵਿੱਚ ਹੋਵੇ, ਉੱਦਾਂ ਹੀ ਤੁਸੀਂ ਉਹਨੂੰ 3 ਤੋਂ 5 ਦਿਨ ਤੁਸੀਂ ਉਹ ਦੇ ਸਕਦੇ ਹੋ। ਬਿਹਤਰ ਹੋ ਗਿਆ। ਅਗਰ ਜੇ ਸ਼ੌਕੀਆ ਦੇਣਾ ਵਾ ਤੇ ਇਹ ਤੁਸੀਂ ਦੇ ਦਿਓ ਜੀ। ਦੁਆ ਇਹ ਬੱਚੇ ਨੂੰ, ਹੁਣ ਬੱਚੇ ਦਾ ਪ੍ਰੋਟੋਕੋਲ ਆ ਜਾਂਦੇ ਆ, ਬੱਚਾ ਉਹਨੇ ਡਿਲੀਵਰ ਕਰ ਦਿੱਤਾ, ਇਹਤਿਆਤਨ ਕਿਹੜਾ ਇੰਜੈਕਸ਼ਨ ਲਗਾਉਣਾ ਚਾਹੀਦਾ ਫੌਰਨ ਬੱਚੇ ਨੂੰ? ਅੱਛਾ, ਇਹ ਜਿਹੜੀ ਚੀਜ਼ਾਂ ਜਿਹੜੀਆਂ ਹੈ ਨਾ, ਜੋ ਅਸੀਂ ਹਿਫਾਜ਼ਤੀ ਜੋ ਅਸੀਂ ਲਗਾਉਂਦੇ ਹੈਗੇ ਇਨਕੁਆਇਰ 10, ਸਹੀ ਠੀਕ ਆ। ਉਹ ਚਾਹੇ ਬੱਚਾ ਠੀਕ ਆ, ਉਹਨੂੰ ਕੋਈ ਮਸਲਾ ਹੈ ਜਾਂ ਨਹੀਂ, ਲਗਾ ਦਿਓ। ਹਾਂ ਉਹ ਅਸੀਂ ਲਗਾਉਣਾ ਹੀ ਲਗਾਉਣਾ ਹੁੰਦਾ ਵਾ, 3 ਦਿਨ ਅਸੀਂ ਲਗਾਉਣਾ ਹੁੰਦਾ ਵਾ। ਤੇ ਨਾਲ ਜਿਹੜਾ ਹੈ ਵਾ ਤਾਕਤ ਦਾ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ, ਕਿਉਂਕਿ ਮਹਿਸੂਸ ਹੋ ਜਾਂਦਾ ਕਿ ਯਾਰ ਇਹ ਬੱਚਾ, ਜਿਸ ਤਰ੍ਹਾਂ ਸਾਡਾ ਅੱਜ ਇੱਕ ਬੱਚਾ ਨਾ ਜੀ, ਉਹ 5 ਦਿਨ ਹੋਏ ਨੇ ਉਹਨੂੰ, ਉਹ ਅੱਜ ਲੱਤਾਂ ਤੋਂ ਨਹੀਂ ਖੜਾ ਹੋ ਰਿਹਾ, ਦੁੱਧ ਵੀ ਨਹੀਂ ਪੀ ਰਿਹਾ, ਉਹਨੇ ਇੱਕ ਤੇ ਇਨਕੁਆਇਰ 10 ਜਿਹੜਾ ਤੁਸੀਂ ਦੱਸਿਆ ਅਸੀਂ ਲਗਾ ਦਿੱਤਾ, ਨਾਲ ਤਾਕਤ ਦਾ ਕੋ ਖੜਾ ਨਹੀਂ ਹੋ ਰਿਹਾ ਲੱਤਾਂ ਤੋਂ। ਵੈਸੇ ਠੀਕ ਆ, ਕਿੰਨਾ ਲਗਾਣਾ, ਕਿੰਨੇ ਸੀਸੀ ਹੋਏਗਾ? ਇਨਕੁਆਇਰ 10 ਹਾਫ ਸੀਸੀ ਲੱਗੇਗਾ, ਇਨਸੂਲਿਨ ਵਾਲੀ ਸਿਰਿੰਜ ਨਾਲ ਲੱਗੇਗਾ ਜੀ। ਤੋਂ ਨਾਲ ਤਾਕਤ ਦਾ ਤੁਸੀਂ 20-12 ਵੀ ਇਸਤੇਮਾਲ ਕਰ ਸਕਦੇ ਹੋ, ਠੀਕ ਹੈ। ਤੇ ਸੈਲੀਵੇਟ ਵੀ ਕਰ ਸਕਦੇ ਹੋ। ਤੇ ਇਹ ਤੋਂ ਅਗਰ ਜੇ ਤੁਸੀਂ ਮੇਰੇ ਕੋਲ ਪੁੱਛੋ ਕਿ ਅੱਛਾ ਰਿਜ਼ਲਟ ਕਿਹਦਾ, ਉਹ ਸੈਲੀਵੇਟ ਦਾ ਵਾ। ਸਹੀ, ਇਹ ਵੀ ਹਾਫ ਸੀਸੀ ਹੀ ਲੱਗੇਗਾ। ਸਹੀ, ਹਾਂਜੀ। ਦੂਸਰਾ, ਬੱਚੇ ਦਾ ਔਰ ਬੱਕਰੀ ਦਾ ਟੈਂਪਰੇਚਰ ਇੱਕ ਹੀ ਹੁੰਦਾ ਹੈ ਜਾਂ ਕਮ ਜ਼ਿਆਦਾ ਹੁੰਦਾ ਹੈ? ਇੱਕ ਕਿਦੋਂ ਜਾ ਕੇ ਹੁੰਦਾ ਹੈ? ਇਹ ਕਮ ਸੇਮ ਜਿਹੜਾ ਟੈਂਪਰੇਚਰ ਬੱਕਰੀ ਔਰ ਬੱਚੇ ਦਾ ਜਿਹੜਾ ਕਮ ਜਦੋਂ 3 ਤੋਂ 4 ਮਹੀਨੇ ਦਾ ਜਦੋਂ ਬੱਚਾ ਹੋ ਜਾਂਦਾ, ਉਦੋਂ ਜਾ ਕੇ ਸੇਮ। ਕਿੰਨਾ ਬੱਕਰੀ 102 ਜਿਹੜਾ ਨਾਰਮਲ ਟੈਂਪਰੇਚਰ। ਜ਼ਿਆਦਾ ਹੋਵੇ ਤਾਂ ਗਲਤ ਆ, ਕਮ ਹੋਵੇ ਤਾਂ ਇਹ ਅਗਰ ਕਮ ਹੋਏਗਾ, ਇਹ ਤੁਹਾਨੂੰ ਮੈਂ ਕੁਝ ਗੱਲਾਂ ਜਿਹੜੀਆਂ ਉਹ ਦੱਸ ਦਿਆਂ। ਅਗਰ ਕਮ ਹੋਏਗਾ ਜਾਨਵਰ ਦਾ ਟੈਂਪਰੇਚਰ, ਉਹਦਾ ਮਿਹਦਾ ਡਿਸਟਰਬ ਹੋਏਗਾ ਜੀ। ਅਗਰ ਉਹਦਾ ਟੈਂਪਰੇਚਰ ਜ਼ਿਆਦਾ ਹੋਏਗਾ, ਉਹਨੂੰ ਬੁਖਾਰ ਹੋਏਗਾ। ਇਹ ਤੁਸੀਂ ਜ਼ਿਹਨ ਵਿੱਚ ਗੱਲ ਬਿਠਾ ਲੈਣੀ ਆ, ਠੀਕ ਹੈ ਨਾ। ਇਹ ਨਹੀਂ ਬਹੁਤ ਟੈਕਨੀਕਲ ਬਾਤ ਆ, ਅਗਰ ਉਹਦਾ ਸਮਝ ਕੇ ਇਲਾਜ ਕਰੋ। ਹਾਂ, ਅਗਰ ਉਹਦਾ ਟੈਂਪਰੇਚਰ ਅਗਰ ਉਹਦਾ ਕਮ ਹੋਏਗਾ ਤੇ ਉਹਨੂੰ ਮਿਹਦੇ ਦਾ ਫਾਲਟ ਆ, ਠੀਕ ਆ। ਜਾਂ ਉਹਨੂੰ ਮਿਹਦੇ ਦਾ ਫਾਲਟ ਹੈ, ਜਾਂ ਕਿ ਬੱਕਰੀ ਨੇ ਬੱਚੇ ਡਿਲੀਵਰ ਕੀਤੇ, ਬੱਕਰੀ ਕਮਜ਼ੋਰ ਆ, ਤੇ ਉੱਥੇ ਵੀ ਇਹ ਉਹੀ ਚੀਜ਼ ਆ ਜਾਂਦੀ ਕਿ ਟੈਂਪਰੇਚਰ ਲੋ ਹੀ ਹੋਣਾ ਹੈਗਾ। ਬੱਕਰੀ ਸਿਹਤਮੰਦ ਆ, ਉਹਨੂੰ ਅਪ ਟੈਂਪਰੇਚਰ ਹੈ ਜ਼ਿਆਦਾ ਵਾ, 103 ਆ ਜਾਂ 4 ਆ। ਬਾਅਦ ਘੱਟ ਬੱਕਰੀਆਂ ਦਾ 103 ਵੀ ਹੋ ਜਾਂਦਾ ਵਾ। ਅਸੀਂ ਉਹਦੇ ਤੇ ਕੋਈ ਚੀਜ਼ ਇਸਤੇਮਾਲ ਨਹੀਂ ਕਰਦੇ। ਫਿਰ ਅਸੀਂ ਦੇਖਣਾ ਹੁੰਦਾ ਕਿ ਯਾਰ ਇਹ ਕੀ ਕਰਦੀ ਆ। ਜਦੋਂ ਇਸ ਤੋਂ ਉੱਪਰ ਜਾਣਾ ਹੁੰਦਾ, ਫਿਰ ਉਹਦਾ ਫਿਰ ਇਲਾਜ ਉਹਦਾ ਕਰਨਾ। 98 ਤੋਂ ਕੰਮ ਹੋਵੇ ਫਿਰ ਕੰਮ ਜੀ, 98 ਤੋਂ ਕੰਮ ਹੋਵੇ ਫਿਰ ਕੰਮ। ਹਾਂ, 98 ਤੋਂ ਕੰਮ। ਦੂਸਰਾ ਹੈ ਕਿ ਬੱਚੇ ਦੀ, ਇਹ ਤੁਸੀਂ ਦੱਸਤਾ ਇਹਤਿਆਤ ਨੇ, ਡਿਵਰਮਿੰਗ ਪਹਿਲੀ ਜਾਂ ਇਸ ਟੀਕਿਆਂ ਦੋ ਤੋਂ ਇਲਾਵਾ ਫਿਰ ਕਿਦੋਂ ਕੋਈ ਮੈਡੀਸਨ ਕਰਨੀ ਚਾਹੀਦੀ ਹੈ? ਕਿਸ ਚੀਜ਼ ਦੀ ਹੁੰਦੀ ਆ ਉਹ? 15 ਦਿਨ ਦਾ, 20 ਦਿਨ ਦਾ? ਅੱਛਾ, ਜਦੋਂ ਤੁਹਾਡਾ ਬੱਚਾ 15 ਤੋਂ 20 ਦਿਨ ਦਾ ਜਦੋਂ ਹੋ ਜਾਂਦਾ ਵਾ, ਉੱਥੇ ਤੁਸੀਂ ਐਮੀਵਾਈ ਕਾਮ ਤੇ ਟ੍ਰਾਈਬਰਸਨ ਤੁਸੀਂ ਲਾਜ਼ਮੀ ਲਗਾਉਣਾ ਹੈਗਾ ਵਾ। ਕਿਉਂਕਿ ਪਹਿਲੇ ਜਿਹੜੇ ਹੁੰਦੇ ਨਾ, 1 ਦਿਨ ਤੋਂ ਲਾ ਕੇ 10 ਦਿਨ ਦਾ ਬੱਚਾ, ਉੱਥੇ ਇਹਨੂੰ ਮਸਲਾ ਬਣਦਾ ਵਾ ਨਮੂਨੀਏ ਦਾ ਜੀ, ਠੀਕ ਆ। ਇਹਨੂੰ ਉੱਥੇ ਜਾ ਕੇ ਨਮੂਨੀਏ ਦਾ ਮਸਲਾ ਬਣੇਗਾ, ਠੀਕ ਆ। ਜਦੋਂ ਇਸ ਤੋਂ ਉੱਪਰ ਜਾਂਦਾ ਬੱਚਾ, ਉੱਥੇ ਫਿਰ ਇੰਟੈਰੋਟੈਕਸੀਮੀਆ ਦਾ ਬਣਦਾ ਵਾ। ਉਹ ਵੀ ਅਸੀਂ ਹਿਫਾਜ਼ਤੀ ਜਿਹੜਾ ਐਮੀਵਾਈ ਕਾਮ ਤੇ ਟ੍ਰਾਈਬਰਸਨ ਜਿਹੜਾ ਵਾ, 15 ਦਿਨ ਬਾਅਦ ਵੀ ਇਹੀ ਲਗਾਉਣਾ ਹੈ? ਦੁਬਾਰਾ ਨਾਮ ਲੈ ਦੇਣਾ, ਠੀਕ ਹੈ। ਹਾਂ, 15 ਤੋਂ 20 ਦਿਨ ਦਾ ਜਦੋਂ ਬੱਚਾ ਹੋ ਜਾਂਦਾ ਵਾ, ਉਦੋਂ ਇਹਨੂੰ ਐਮੀਵਾਈ ਕਾਮ ਹਾਫ ਸੀਸੀ ਤੇ ਟ੍ਰਾਈਬਰਸਨ ਜਿਹੜਾ ਹੈ ਹਾਫ ਸੀਸੀ, ਉਹ ਤੁਸੀਂ ਲਗਾਉਣਾ। 3 ਦਿਨ ਤੁਸੀਂ ਲਗਾਉਣਾ, ਠੀਕ ਹੈ। ਤੇ ਇਹਦੇ ਵਿੱਚ ਫਿਰ ਇੱਕ ਤੁਸੀਂ ਸ਼ਾਟ ਸੈਲੀਵੇਟ ਦਾ ਤੁਸੀਂ ਦੇ ਸਕਦੇ ਹੋ, ਕਿਉਂਕਿ ਇਹ ਮਰਹਲਾ ਜਿਹੜਾ ਹੈ ਵਾ, ਇਹ ਇਸ ਤਰ੍ਹਾਂ ਦਾ ਹੁੰਦਾ ਵਾ, ਨਾਜ਼ੁਕ ਹੁੰਦਾ। ਹਾਂ, ਨਾਜ਼ੁਕ ਹੁੰਦਾ ਕਿ ਬੱਚੇ ਦੀ ਇਮਿਊਨਿਟੀ ਬਣੀ ਰਹੇ। ਕਿਉਂਕਿ ਜਿੱਥੇ ਬੱਚੇ ਦੀ ਇਮਿਊਨਿਟੀ ਡਾਊਨ ਹੋਈ, ਉੱਥੇ ਕਿਸੇ ਨਾ ਕਿਸੇ ਬਿਮਾਰੀ ਨੇ ਉਹਨੂੰ ਜਕੜ ਲੈਣਾ। ਔਰ ਦੁਬਾਰਾ ਇਹ ਮਹੀਨੇ ਤੋਂ ਬਾਅਦ ਫਿਰ ਇਸਤੇਮਾਲ ਕਰਾਉਣੇ ਕਰ, ਜਦੋਂ ਦੂਸਰਾ ਉਹ ਕਿਆ ਹੁੰਦਾ ਮਸਲਾ? ਰਿਪੀਟ ਅਗਰ ਜੇ ਤੁਸੀਂ ਮਹਿਸੂਸ ਕਰ ਰਹੇ, ਇਹ ਤੁਹਾਨੂੰ ਜਦੋਂ ਤੁਸੀਂ ਖੁਦ ਫਾਰਮਿੰਗ ਹੁਣ ਮਾਸ਼ਾਅੱਲਾ ਸ਼ੁਰੂ ਕਰਨ ਲੱਗੇ ਹੋ, ਤੁਹਾਨੂੰ ਖੁਦ ਹੀ ਅੱਗੇ ਇਸ ਚੀਜ਼ ਦਾ ਅੰਦਾਜ਼ਾ ਹੋ ਜਾਣਾ।
ਇਹ ਜਿਹੜੇ ਮੈਂ ਤੁਹਾਨੂੰ 2 ਕੋਰਸ ਦੱਸੇ ਨਾ, ਅਗਰ ਇਹ ਪ੍ਰੋਪਰ ਤੁਸੀਂ ਇਹਨਾਂ ਦਿਨਾਂ ਤੇ ਜਾ ਕੇ ਕਰਵਾ ਲਈ, ਇਨਸ਼ਾਅੱਲਾ ਤੁਹਾਨੂੰ ਇਹ ਮਸਲੇ ਆਉਂਦੇ ਹੀ ਨਹੀਂ। ਅਗਰ ਫਿਰ ਵੀ ਤੁਹਾਨੂੰ ਮਹਿਸੂਸ ਹੋਵੇ ਨਾ, ਤੇ ਤੁਸੀਂ ਉੱਥੇ ਨਮੂਨੀਆ ਦਾ ਨਹੀਂ ਕਰਨਾ ਹੈਗਾ, ਤੁਸੀਂ ਉੱਥੇ ਅਗਲਾ ਸੋਚਣਾ ਕਿ ਯਾਰ ਇਹਨੂੰ ਹਜੇ ਵੀ ਇਹਨੂੰ ETV ਦਾ ਇਹਨੂੰ ਮਸਲਾ ਬਣ ਸਕਦਾ, ਕਿਉਂਕਿ ਪਿਛਲੇ ਸਾਲ ਜਿਸ ਤਰ੍ਹਾਂ ਬੜੇ ਬੱਚੇ ਜ਼ਾਇਆ ਹੋਏ ਆ ਲੋਕਾਂ ਦੇ, ਉਹ ਜ਼ਿਆਦਾ ਇੰਟੈਰੋਟੈਕਸੀਮੀਆ ਦੀ ਵਜ੍ਹਾ ਤੋਂ ਹੋਏ ਸੀ, ਕਿਉਂਕਿ ਪਿਛਲੇ ਸਾਲ ਤੇ ETV ਇੰਟੈਰੋਟੈਕਸੀਮੀਆ ਨੇ 2 ਮਹੀਨੇ ਤੱਕ ਬੱਚਿਆਂ ਦੀ ਜਾਨ ਇਹਦੇ ਲਈ ਨਹੀਂ ਕਿਹੜਾ ਇੰਜੈਕਸ਼ਨ ਹੁੰਦਾ ਹੈ। ਇਹਦੇ ਲਈ ਕਿਹੜਾ ਇੰਜੈਕਸ਼ਨ ਹੈ ਆ ਜਿਹੜੀ ਹੁਣ ਤੁਸੀਂ ਨਾਮ ਲੈ ਰਹੇ ਹੋ ਬਿਮਾਰੀ ਦਾ? ਇਹ ਟ੍ਰਾਈਬਰਸਨ ਐਮੀਵਾਈ ਦਾ ਉਹੀ ਦੁਬਾਰਾ ਹਾਂ ਇੰਟੈਰੋਟੈਕਸੀਮੀਆ ਵਾਸਤੇ ਅਗਰ ਜਦੋਂ ਤੁਸੀਂ ਛੋਟੇ ਬੱਚੇ ਦਾ ਇਲਾਜ ਕਰ ਰਹੇ ਹੋ ਨਾ, ਐਮੀਵਾਈ ਗਾਮ ਔਰ ਟ੍ਰਾਈਬਰਸਨ ਇਹ ਤੁਸੀਂ ਹਫਾਜ਼ਤੀ ਤੌਰ ਤੇ ਤੁਸੀਂ ਲਗਾਉਣਾ ਇਹਨੂੰ। ਇਹ ਅਗਰ ਬੱਚਾ ਦੁੱਧ ਵਗੈਰਾ ਨਹੀਂ ਪੀ ਰਿਹਾ ਜਾਂ ਕੰਬ ਰਿਹਾ, ਉਹ ਤੁਸੀਂ ਜਿਹੜਾ ਪਹਿਲੇ 2 ਦੱਸੇ ਨੇ ਕਿ ਇੱਕ ਤਾਕਤ ਲਈ ਇੱਕ ਹੋਊਗਾ ਜਿਹੜਾ ਨਾ ਫੌਰਨ ਪੈਦਾਇਸ਼ ਤੋਂ ਬਾਅਦ ਉਹ ਲਗਾ ਦੇਣਾ। ਜਦੋਂ ਇੱਕ ਬੱਕਰੀ ਬੱਚੇ ਪੈਦਾ ਕਰਦੀ ਹੈਗੀ ਨਾ, ਉਹ ਦੁੱਧ ਨਹੀਂ ਪੀ ਰਹੇ ਹੈਗੇ, ਠੀਕ ਹੈ ਨਾ, ਤੇ ਉਹਦੇ ਵਿੱਚ ਤੁਸੀਂ ਉਹਨੂੰ ਪਹਿਲੇ ਦਿਨ ਜਦੋਂ ਤੁਸੀਂ ਉਹਨੂੰ ਸੈਲੀਬ੍ਰੇਟ ਦਾ ਜਦੋਂ ਤੁਸੀਂ ਉਹਨੂੰ ਇੰਜੈਕਸ਼ਨ ਨਾਲ ਦੋਗੇ ਇਮਿਊਨਿਟੀ ਵਾਸਤੇ, ਕਿਉਂਕਿ ਬੇਸਿਕਲੀ ਇਹ ਮਸਲਾ ਉਹਨਾਂ ਬੱਚਿਆਂ ਨੂੰ ਬਣਦਾ ਜਿਹੜੇ ਕਮਜ਼ੋਰ ਹੁੰਦੇ ਆ ਜਾਂ ਮਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਬਣ ਜਾਂਦੀ, ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਕਿ ਸਾਡੀਆਂ ਬੱਕਰੀਆਂ ਨੇ ਬੱਚੇ ਉਹ ਟਾਈਮ ਤੋਂ ਪਹਿਲੇ ਗਿਰਾਏ ਹੈਗੇ ਆ, ਕੋਈ ਫਾਲਟ ਆ ਜਾਂਦਾ ਵਾ, ਠੀਕ ਹੈ ਨਾ, ਉੱਥੇ ਜਦੋਂ ਤੁਸੀਂ ਸੈਲੀਬ੍ਰੇਟ ਦਾ ਜਦੋਂ ਇਸਤੇਮਾਲ ਕਰਾਓਗੇ ਨਾ, ਇਹ ਤੁਹਾਡੀ ਇਹ ਜਿਹੜੀ ਟੈਨਸ਼ਨ ਕਾਫੀ ਹੱਦ ਤੱਕ ਜਿਹੜੀ ਉਹ ਕਵਰ ਹੋ ਜਾਏਗੀ। ਸਹੀ। ਅੱਛਾ, ਦੂਸਰੀ ਇਹ ਸੀਗੀ ਕਿ ਇਹਨਾਂ ਦੀ ਡਿਵਰਮਿੰਗ ਹਾਂਜੀ ਬੱਚਿਆਂ ਦੀ, ਹਾਂ, ਇਹਨਾਂ ਟੀਕਿਆਂ ਦੇ ਹੁੰਦੇ ਹੋਏ ਡਿਵਰਮਿੰਗ ਦੀ ਜ਼ਰੂਰਤ ਨਹੀਂ। ਪਰ ਡਿਵਰਮਿੰਗ ਜਿਹੜੀ ਹੈ ਵਾ, ਕਿਉਂਕਿ ਡਿਵਰਮਿੰਗ ਦਾ ਇੱਕ ਆਪਣਾ ਤਲਕ ਹੈਗਾ ਵਾ, ਉਹ ਕਿੰਨੇ ਉਮਰ ਦੇ ਬੱਚੇ ਨੂੰ ਅਸੀਂ ਜਿਹੜਾ ਹੈ ਵਾ ਡਿਵਰਮਿੰਗ ਜਿਹੜੀ ਆ ਕਮ ਜਦੋਂ ਬੱਚਾ 1 ਮਹੀਨੇ ਦਾ ਹੋ ਜਾਂਦਾ ਨਾ, ਅਸੀਂ ਡਿਵਰਮਿੰਗ ਅਸੀਂ ਕਰਵਾ ਦਈਦੀ, ਕਿਉਂਕਿ ਤੁਸੀਂ ਆ ਨੀਚੇ ਦੇਖ ਰਹੇ ਹੋ ਸਾਡੇ ਕੋਲ ਕੱਚੀ ਜਗ੍ਹਾ ਵਾ, ਹਾਲਾਂਕਿ ਬੱਚਿਆਂ ਦੇ ਨੀਚੇ ਹਰ ਚੀਜ਼ ਪਾਈ ਹੋਈ ਆ, ਕੁੱਟਲ ਵਗੈਰਾ ਪਾਇਆ ਕਿ ਬੱਚੇ ਮਿੱਟੀ ਨਾ ਖਾ ਸਕਣ, ਫਿਰ ਵੀ ਖਾਂਦੇ ਆ ਜੀ। ਤੇ ਇਹ ਅਸੀਂ ਹੁਣ ਤੱਕ ਤਕਰੀਬਨ ਸਾਡੇ ਡੇਢ ਮਹੀਨੇ ਤੋਂ ਉੱਪਰ ਬੱਚੇ ਚਲੇ ਗਏ ਆ, ਅਸੀਂ 2 ਦਫਾ ਡਿਵਰਮਿੰਗ ਕਰਵਾ ਚੁੱਕੇ ਹਾਂ, ਤੇ ਹੋ ਸਕਦਾ ਕਿ ਜਦੋਂ 3 ਮਹੀਨੇ ਤੱਕ ਇਹ ਬੱਚੇ ਜਾਣ ਅਸੀਂ ਦੁਬਾਰਾ ਫੇਰ ਇਹਨਾਂ ਡਿਵਰਮਿੰਗ ਕਰਵਾ। ਕਿੰਨੇ ਦਿਨ ਬਾਅਦ ਰਿਪੀਟ ਕਰਨੀ ਚਾਹੀਦੀ ਡਿਵਰਮਿੰਗ ਜਿਹੜੀ 1 ਮਹੀਨੇ ਤੇ ਫਿਰ ਦੁਬਾਰਾ 3 ਮਹੀਨੇ? ਅਗਰ ਅੱਜ ਤੁਸੀਂ ਕਰਵਾਈ ਆ ਡਿਵਰਮਿੰਗ, ਅਗਰ ਅੱਜ ਤੁਸੀਂ ਕਰਵਾਈ ਆ, ਦੁਬਾਰਾ ਰਿਪੀਟ ਤੁਸੀਂ 15 ਦਿਨ ਬਾਅਦ ਫਿਰ ਤੁਸੀਂ ਉਹਨੂੰ ਕਰਵਾ ਦਿਓ। ਕਿੰਨੀ ਸੀਸੀ ਦੇਣੀ ਛੋਟੇ ਜਾਨਵਰ? ਛੋਟਾ ਬੱਚਾ ਜਿਹੜਾ ਹੈ ਵਾ ਤੁਸੀਂ ਉਹਨੂੰ ਦੇਣੀ ਕਿੰਨੀ, ਉੱਪਰ ਜੋ ਕੰਪਨੀ ਨੇ ਰਿਕਮੈਂਡ ਕੀਤੀ ਹੁੰਦੀ ਡੋਜ਼, ਠੀਕ ਆ, ਉਹਦੇ ਤੋਂ ਤੁਸੀਂ ਥੋੜੀ ਜਿਹੀ ਜ਼ਿਆਦਾ बढ़ा के ਤੁਸੀਂ ਇਹ ਨਹੀਂ ਕਿ ਬੇਤੁਕੀ ਨਹੀਂ, ਥੋੜੀ ਜਿਹੀ बढ़ा ਕੇ ਤੁਸੀਂ ਕਰਵਾ ਲਓ। ਕੁਝ ਸੀਸੀ ਜ਼ਿਆਦਾ ਕਰ ਲਓ। ਹਾਂ, ਕੁਝ ਸੀਸੀ ਜਿਹੜੀ ਆ ਉਹ ਤੁਸੀਂ ਜ਼ਿਆਦਾ ਕਰ ਲਓ, ਕਿਉਂਕਿ ਅਕਸਰ ਇਹ ਵੀ ਦੋਸਤ ਨਾ ਸਵਾਲ ਕਰਦੇ ਆ ਕਿ ਯਾਰ ਅਸੀਂ ਕਿੰਨੀ ਦਈਏ, ਹਾਲਾਂਕਿ ਮੈਡੀਸਨ ਦੀ ਹਰ ਚੀਜ਼ ਵਾਧਿਆ ਲਿਖੀ ਹੁੰਦੀ ਆ। ਫਿਰ ਉਹਨਾਂ ਦੋਸਤਾਂ ਵਾਸਤੇ ਮੈਂ ਇਹੀ ਕਹਿਣਾ ਹੁੰਦਾ ਕਿ ਯਾਰ ਤੁਸੀਂ ਨਾ ਉੱਪਰ ਜੋ ਡੋਜ਼ ਲਿਖੀ ਹੁੰਦੀ ਆ ਉਹਦੇ ਤੋਂ ਥੋੜੀ ਜਿਹੀ बढ़ा ਕੇ ਤੁਸੀਂ ਦੇ ਦਿਆ ਕਰੋ। ਬੱਕਰੀ ਦੀ ਡਿਵਰਮਿੰਗ ਕਿੰਨੇ ਅਰਸੇ ਬਾਅਦ ਕਰਨੀ ਚਾਹੀਦੀ ਫੁੱਲ ਸਾਈਜ਼ ਇੱਕ ਜਾਨਵਰ ਦੀ? ਹਾਂ, ਅੱਛਾ, ਬੱਕਰੀ ਦੀ ਜਿਹੜੀ ਡਿਵਰਮਿੰਗ ਆ ਉਹ ਕਿਦੋਂ ਕਰਾਉਣੀ ਚਾਹੀਦੀ? ਅਸੀਂ ਜਿਹੜੀ ਇਹ ਕਰਵਾ ਰਹੇ ਹੈਗੇ 1 ਸਾਲ ਦੇ ਵਿੱਚ ਜਿਹੜੀ ਹੈ ਨਾ, ਅਸੀਂ ਇਹ ਕਰਵਾ ਰਹੇ ਹਾਂ, ਸਿਰਫ 1 ਦਫਾ ਅਸੀਂ ਕਰਵਾ ਰਹੇ ਹਾਂ, ਉਹ ਅਸੀਂ ਪ੍ਰੋਪਰ ਅਸੀਂ ਕਰਵਾਉਂਦੇ ਰਹਿੰਦੇ ਆ ਤੇ ਸਾਲ ਬਾਅਦ ਖੁਦ ਕਰ ਰਹੇ ਹੋ? ਹਾਂ, ਡਿਵਰਮਿੰਗ ਆਪ ਅਸੀਂ ਕਰੀਏ। ਅੱਛਾ, ਦੂਸਰੀ ਇਹ ਸੀ ਕਿ ਬੱਕਰੀ ਦੀਆਂ 3 ਬਿਮਾਰੀਆਂ, ਉਹਨਾਂ ਦੀ ਮੈਡੀਸਨ ਇੱਕ ਤਾਂ ਹੈ ਗਵਰਨਮੈਂਟ ਕੋ ਮਿਲਦੀ, ਅਗਰ ਗਵਰਨਮੈਂਟ ਕੋ ਨਹੀਂ ਮਿਲਦੀ, ਹਾਂਜੀ, ਬਿਮਾਰੀਆਂ ਦੇ ਨਾਮ ਔਰ ਉਹ ਕਿਹੜੇ ਲਾਉਣੀ ਚ ਲਾਣੀ ਚਾਹੀਦੀ ਆ, ਔਰ ਪ੍ਰਾਈਵੇਟ ਉਹਨਾਂ ਦੀ ਕਿਹੜੀ ਮੈਡੀਸਨ ਹੋਣੀ ਚਾਹੀਦੀ, ਗਵਰਨਮੈਂਟ ਵਾਲੀ ਨਾਲ ਸਾਲਾਨਾ ਕਦੋਂ ਕਰਾਉਣੀ ਚਾਹੀਦੀ? ਜਿਹੜੀ ਹੈ ਇੰਟੈਰੋਟੈਕਸੀਮੀਆ ETV ਜਿਹੜੀ ਹੈ ਵਾ, ਉਹ ਵੈਕਸੀਨ ਜਿਹੜੀ ਹੈ ਵਾ ਹੁਣ ਵੈਸੇ ਆਉਣ ਵਾਲੀ ਆ, ਠੀਕ ਆ ਨਾ, ਅੱਜ ਜਦੋਂ ਗੰਦਮ ਦੀ ਕਟਾਈ ਹੁੰਦੀ ਆ ਜਾਂ ਆ ਗਈ ਹੋਏਗੀ ਜਾਂ ਆਉਣ ਵਾਲੀ ਆ, ETV ਦੀ ਜਿਹੜੀ ਉਹ ਅਸੀਂ ਸਰਕਾਰੀ ਹੀ ਲੈ ਕੇ ਮਾਰਚ ਅਪ੍ਰੈਲ ਦੇ ਅੰਦਰ ਆ ਜਾਂਦੀ। ਹਾਂ, ਠੀਕ ਆ, ਤੇ ਉਸ ਤੋਂ ਬਾਅਦ ਇਹ ਆਂਦੀ ਹੈਗੀ ਆ 8ਵੇਂ-9ਵੇਂ ਮਹੀਨੇ ਇਹਨਾਂ ਨੂੰ ਅੰਤਰੀਆਂ ਦਾ ਵੀ ਕਹਿ ਲਿਆ ਜਾਂਦਾ ਹੈ। ਹਾਂ, ਇਹ ਅੰਤੜੀਆਂ ਦਾ ਜ਼ਹਿਰ ਵਾਸਤੇ ਹੁੰਦੀ ਇੰਟੈਰੋਟੈਕਸੀਮੀਆ ETV, ਇਹਦੇ ਉੱਪਰ ਉਹਨਾਂ ਲਿਖਿਆ ਹੁੰਦਾ ਕਿ ETV, ਠੀਕ ਆ। ਇਹ ਜਿਹੜੀ ਅਸੀਂ ਸਰਕਾਰੀ ਲੈਨੇ ਆ, ਠੀਕ ਆ, ਉਸ ਤੋਂ ਬਾਅਦ ਸਰਕਾਰੀ ਨਹੀਂ ਮਿਲਦੀ, ਸਰਕਾਰੀ ਨਹੀਂ ਮਿਲਦੀ, ਇਹ ਤੁਸੀਂ ਜਿਹੜੇ ਵੀ ਵੈਟਰਨਰੀ ਸਟੋਰ ਤੇ ਜਾਓਗੇ ਨਾ, ਜਿਹੜੇ ਮੈਡੀਸਨ ਦਾ ਪ੍ਰੋਪਰ ਕੰਮ ਕਰ ਰਹੇ, ਤੁਸੀਂ ਉਹਨਾਂ ਨੂੰ ਕਹੋਗੇ ਨਾ ਯਾਰ ਇਹ ਸਰਕਾਰੀ ਨਹੀਂ ਮਿਲ ਰਹੀ ਤੇ ਸਾਨੂੰ ਪ੍ਰਾਈਵੇਟ ਮੰਗਵਾ ਦਿਓ, ਤੇ ਇਹ ਮਿਲ ਜਾਂਦੀ ਹੈ। ਬਿਹਤਰ ਹੋ ਗਿਆ। ਤੇ ਦੂਸਰੀਆਂ 2 ਬਿਮਾਰੀਆਂ? ਤੇ ਦੂਸਰੀਆਂ ਜਿਹੜੀਆਂ ਹੈ ਵਾ PPR ਜਿਹੜੀ ਹੈ ਵਾ, PPR ਦੀ ਜਿਹੜੀ ਅਸੀਂ ਉਹ ਨਹੀਂ ਕਰਵਾਉਂਦੇ ਹੈਗੇ, PPR ਦੀ ਸਰਕਾਰੀ ਆਂਦੀ ਆ, ਉਹ ਅਸੀਂ ਨਹੀਂ ਅੱਜ ਤੱਕ। ਕਿਹੜੇ ਮੰਥ 'ਚ ਇਹਨੂੰ ਕਰਵਾਉਣੀ ਚਾਹੀਦੀ ਵੈਸੇ? PPR ਦੀ ਜਿਹੜੀ 10ਵੇਂ ਮਹੀਨੇ ਹੁੰਦੀ ਆ, ਅਕਤੂਬਰ ਵਿੱਚ। ਬਿਹਤਰ ਹੈ। ਔਰ ਤੀਸਰੀ ਬਿਮਾਰੀ? ਤੀਸਰੀ ਜਿਹੜੀ ਹੈ ਵਾ ਉਹ ਨਮੂਨੀਆ, ਉਹਦੀ ਕਿਹੜੇ ਮਹੀਨੇ 'ਚ? ਉਹ ਵੀ ਤਕਰੀਬਨ ਇਹੀ 10ਵੇਂ-11ਵੇਂ ਮਹੀਨੇ ਆਉਂਦੀ ਹੈ। 10-15 ਦਿਨ ਦੇ ਵਕਫੇ ਨਾਲ ਹੋ ਜਾਏ। ਹਾਂ, 10ਵੇਂ-11ਵੇਂ ਮਹੀਨੇ 11ਵੇਂ ਮਹੀਨੇ ਜਿਹੜਾ ਨਾ, ਇਹ ਅਕਤੂਬਰ-ਨਵੰਬਰ ਦੇ ਵਿੱਚ ਨਮੂਨੀਆ ਜਿਹੜੀ ਵੈਕਸੀਨ ਉਹ ਆ ਜਾਂਦੀ ਆ। ਕਿੰਨੇ ਜਾਨਵਰ ਤੱਕ ਛੋਟੇ ਨੂੰ ਵੀ ਕਰਾਣੀ ਹੈ, ਸਿਰਫ ਵੱਡੇ ਨੂੰ ਹੀ ਕਰਾਣੀ? ਨਹੀਂ, ਵੈਕਸੀਨ ਜਿਹੜੀ ਹੈ ਵਾ ਉਹ ਅਸੀਂ ਜਿਸ ਤਰ੍ਹਾਂ ਅਸੀਂ ਕਰਵਾਉਂਦੇ ਆ 3 ਮਹੀਨੇ ਤੱਕ ਅਸੀਂ ਨਹੀਂ ਬੱਚੇ ਨੂੰ ਵੈਕਸੀਨ ਕਰਵਾਈ, ਅਸੀਂ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਇਹਦੇ ਪ੍ਰੋਟੋਕੋਲ ਪੂਰੇ ਕਰੀਦੇ ਆ। 3 ਟੀਕੇ, ਇੱਕ ਪੈਦਾ ਹੁੰਦੇ ਹੀ ਲਾ ਦੇਣਾ, 2 ਉਹ ਟ੍ਰਾਈਬਰਸਨ, ਔਰ ਦੂਸਰਾ ਉਹ 15 ਮਹੀਨੇ ਤੇ ਫਿਰ ਅਗਰ ਮਹਿਸੂਸ ਕਰੋ ਤੇ ਉਹਨੂੰ ਫਿਰ ਰਿਪੀਟ ਕਰ ਦੇਣਾ। ਹਾਂਜੀ। ਅੱਛਾ, ਬੱਕਰੀ ਨੂੰ ਅਗਰ ਖਾਂਸੀ, ਨਜ਼ਲਾ, ਜ਼ੁਕਾਮ, ਇਹਦੇ ਲਈ ਕੋਈ ਮੋਟੇ 3-4 ਬਿਮਾਰੀਆਂ ਔਰ ਉਹਦੇ ਟੀਕੇ
ਕੋਈ ਇਸ ਤਰ੍ਹਾਂ ਦੀਆਂ ਸੁਸਤ ਆ, ਖਾ ਪੀ ਕੰਮ ਰਹੀ ਆ? ਅਗਰ ਨਜ਼ਲਾ ਜ਼ੁਕਾਮ ਖਾਂਸੀ ਅਗਰ ਬੱਕਰੀ ਨੂੰ ਆ ਗਈ, ਇਹ ਇੱਕ ਹੁੰਦਾ ਮੌਸਮ ਚੇਂਜ ਹੋਇਆ ਵਾ, ਨਜ਼ਲਾ ਜ਼ੁਕਾਮ ਖਾਂਸੀ ਦਾ ਮਸਲਾ ਬਣ ਗਿਆ ਵਾ, ਠੀਕ ਹੈ ਨਾ। ਅਕਸਰ ਦੋਸਤ ਜਿਹੜੇ ਆ ਨਾ ਇਸਤੇਮਾਲ ਕਰਦੇ ਆ ਹਾਈ ਪੋਟੈਂਸੀ ਡੋਜ਼ ਜਿਹੜੀ ਹੁੰਦੀ ਨਾ, ਹਾਈ ਪੋਟੈਂਸੀ ਜਿਹੜਾ ਵੀ ਕੋਈ ਐਂਟੀਬਾਇਓਟਿਕ ਹੁੰਦਾ ਉਹ ਇਸਤੇਮਾਲ ਕਰ ਲੈਂਦੇ ਆ। ਮੈਂ ਇਹਦੇ ਖਿਲਾਫ, ਮੈਂ ਕਹਿੰਦਾ ਕਿ ਇਦਾਂ ਨਾ ਕਰੋ, ਤੁਸੀਂ ਹਲਕੀ ਜਿਹੜੀ ਮੈਡੀਸਨ ਆ ਉਹਦਾ ਇਸਤੇਮਾਲ ਕਰੋ। ਨਾਲ ਜਿਹੜਾ ਹੈ ਨਾ, ਜਿਸ ਤਰ੍ਹਾਂ ਕਿ ਹੁਣ ਮੈਂ ਖੁਦ ਉਹ ਕਰ ਰਿਹਾ ਵਾਂ, ਆਕਸੀ ਟੈਟਰਾਸਾਈਕਲਿਨ ਮੈਂ ਕਰਦਾ ਵਾਂ, ਤੇ ਉਹਦੇ ਨਾਲ ਇਹ ਆ ਕਿ ਇੱਕ ਸ਼ਾਟ ਜਿਹੜਾ ਵਿਟਾਮਿਨ ਏ ਦਾ ਨਾਲ ਦੇ ਦਈਦਾ ਕਿ ਉਹਦੀ ਇਮਿਊਨਿਟੀ ਬਿਹਤਰ ਹੋਵੇ ਜਾਨਵਰ ਦੀ। ਜਦੋਂ ਉਹਦੀ ਇਮਿਊਨਿਟੀ ਬਿਹਤਰ ਹੋਏਗੀ ਆਟੋਮੈਟਿਕ ਨਜ਼ਲਾ ਜ਼ੁਕਾਮ ਖਾਂਸੀ ਉਹਦਾ ਕਵਰ ਹੋ ਜਾਏਗਾ। ਕਿੰਨਾ ਲਗਾਉਣਾ? ਉਹ ਜਾਨਵਰ ਦੇ ਹਿਸਾਬ ਦੇ ਨਾਲ, ਅਗਰ ਜੇ ਉੱਪਰ ਲਿਖਿਆ ਹੁੰਦਾ ਹੈ ਨਾ। ਉੱਪਰ ਲਿਖਿਆ ਹੁੰਦਾ ਮੈਡੀਸਨ ਦੇ, ਠੀਕ ਇਹ ਹੈ ਨਾ। ਮੈਂ ਪਲੀਜ਼ ਸ਼ਾਇਦ ਭਾਈ ਇੱਕ ਰਿਕੁਐਸਟ ਕਰਾਂਗਾ ਕਿ ਜਿਹੜੇ ਟੀਕਿਆਂ ਦੇ ਨਾਮ ਆ ਨਾ, ਇਹ ਥੋੜੇ ਕਲੀਅਰ ਕਰਕੇ ਅਲੱਗ ਕਰਕੇ ਦੱਸ ਦਿਓ, ਕਿਉਂਕਿ ਵਿੱਚ ਵੀਡੀਓ ਦੇ ਕਈ ਵਾਰੀ ਮਿਸਟੇਕ ਹੋ ਲੱਭਣ ਲੱਗ ਜਾਂਦੇ ਨੇ ਨਾ। ਖਾਂਸੀ ਵਾਸਤੇ ਜਿਹੜਾ ਹੈ ਵਾ ਰੈਜ਼ੋਮਾਈਸਿਨ ਦੇ ਨਾਮ ਤੋਂ ਇੰਜੈਕਸ਼ਨ ਆਂਦਾ ਵਾ, ਉਹਦੇ ਵਿੱਚ ਆਕਸੀ ਟੈਟਰਾਸਾਈਕਲਿਨ, ਠੀਕ ਆ, 5% ਹੈ। ਇੱਥੇ ਕਈ ਦੋਸਤ 20% ਇਸਤੇਮਾਲ ਕਰਦੇ ਆ, ਠੀਕ ਹੈ। ਮੈਂ ਜੋ ਕਰ ਰਿਹਾ ਮੈਂ 5% ਕਰਦਾ ਵਾਂ ਜੀ, ਠੀਕ ਆ। ਆਕਸੀ ਟੈਟਰਾਸਾਈਕਲਿਨ ਰੈਜ਼ੋਮਾਈਸਿਨ ਦੇ ਨਾਮ ਤੋਂ ਆਂਦਾ ਵਾ। ਹੋਰ ਵੀ ਕਈ ਕੰਪਨੀਆਂ ਦੇ ਹੈ ਵਾ, ਠੀਕ ਹੈ ਨਾ। ਬਸ ਤੁਸੀਂ ਇਹਨਾਂ ਜੀ ਅਗਰ ਇੱਕ ਉਹ ਨਹੀਂ ਜਿਹੜਾ ਤੁਸੀਂ- ਇਸਤੇਮਾਲ ਕਰ ਰਹੇ ਹੋ ਔਰ ਉਹਦਾ ਇੱਕ ਨਾਮ ਦੱਸੋਗੇ ਨਾ, ਥੋੜਾ ਸਾਨੂੰ ਜ਼ਿਆਦਾ ਬਿਹਤਰ ਰਹੇਗਾ। ਜਿਵੇਂ ਦੋ ਤਿੰਨ ਪਤਾ ਕੀ ਆ, ਅਸੀਂ ਨਵੇਂ ਆ, ਫਿਰ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਮੈਂ ਤੁਹਾਨੂੰ ਦੱਸਦਾ ਜੀ, ਜੀ। ਮੇਨ ਚੀਜ਼ ਪਤਾ ਕੀ, ਕੋਈ ਵੀ ਕੰਪਨੀ ਅਗਰ ਕੋਈ ਮੈਡੀਸਨ ਬਣਾਉਂਦੀ ਹੈ ਨਾ, ਕੋਈ ਵੀ ਕੰਪਨੀ ਵੀ ਮਾੜੀ ਮੈਡੀਸਨ ਨਹੀਂ ਬਣਾਉਂਦੀ ਜੀ ਹੈਗੀ, ਜੀ ਜੀ। ਠੀਕ ਹੈ। ਰੈਜ਼ੋਮਾਈਸਿਨ ਇੱਕ ਇਲਾਕਾ ਉੱਥੋਂ ਨਹੀਂ ਮਿਲ ਰਿਹਾ, ਠੀਕ ਹੈ। ਫਿਰ ਉਹਨਾਂ ਦੋਸਤਾਂ ਵਾਸਤੇ ਪਰੇਸ਼ਾਨੀ, ਫਿਰ ਉਹ ਇਸ ਤਰ੍ਹਾਂ ਸਟੋਰ ਵਾਲਾ ਹੀ ਮੁਤਬਾਦਲ ਦੇ ਦਿੰਦਾ ਕਿ ਯਾਰ ਇਹ ਲੈ ਹਾਂ, ਲਓ। ਉਹਦੇ ਮੁਤਬਾਦਲ ਉਹ ਤੁਹਾਨੂੰ ਦੇ ਦਿੰਦਾ। ਯਾਨੀ ਸਿਰਫ ਖਾਂਸੀ, ਨਜ਼ਲਾ, ਜ਼ੁਕਾਮ, ਬੁਖਾਰ ਲਈ ਤੁਸੀਂ ਕਿਹੜਾ ਰਿਕਮੈਂਡ ਕਰਦੇ ਹੋ ਕਿ ਆਕਸੀ ਟੈਟਰਾਸਾਈਕਲਿਨ ਓਕੇ ਹੋ ਗਿਆ? ਹਾਂ, ਅਗਰ ਇਹਦੇ ਤੇ ਜਦੋਂ ਨਹੀਂ ਕੰਮ ਕਰ, ਪਹਿਲੀ ਗੱਲ ਇਨਸ਼ਾਅੱਲਾ ਕੰਮ ਕਰੇਗਾ। ਜੋ ਤੁਸੀਂ ਮੇਰੀ ਖੁਰਾਕ ਦੇਖ ਕੇ ਚੱਲੇ ਹੋ, ਜੀ, ਜੀ। ਠੀਕ ਆ, ਜੋ ਮੈਂ ਖੁਰਾਕ ਪਾ ਰਿਹਾ, ਠੀਕ। ਅਗਰ ਇਹਦੇ ਤੇ ਨਹੀਂ ਕੰਮ ਕਰਦਾ ਹੈਗਾ, ਫਿਰ ਅੱਗੇ ਫਿਰ ਹੋਰ ਹੈ ਟੈਲੋਥਿਨ ਜੈਂਟਾ ਹੈ ਵਾ, ਸਟੀਰਾਇਡ ਵਗੈਰਾ ਫਿਰ ਉਹ ਲਗਾਉਣਾ ਪੈਂਦਾ ਵਾ। ਤੇ ਉਹ ਤੇ ਫਿਲਹਾਲ ਤੁਸੀਂ ਛੋੜ ਹੀ ਦਿਓ, ਕਿਉਂਕਿ ਉਮੀਦ ਹੈ ਜਦੋਂ ਤੁਸੀਂ ਆਪਣੀ ਖੁਰਾਕ ਵੱਲ ਜਦੋਂ ਤਵੱਜੋ ਦੋਗੇ ਨਾ, ਤੁਹਾਨੂੰ ਇਹ ਮੋਸ਼ਨ ਇਹਨਾਂ ਦੀ ਵਗੈਰਾ ਲੱਗ ਜਾਣਾ। ਅੱਛਾ, ਮੋਸ਼ਨ ਜਿਹੜੇ ਹੈ ਵਾ, ਜਦੋਂ ਮੋਸ਼ਨ ਲੱਗਦੇ ਆ, ਅਗਰ ਵੱਡੀ ਬੱਕਰੀ ਨੂੰ ਅਗਰ ਜੇ ਲੱਗ ਗਏ ਆ, ਸਭ ਤੋਂ ਪਹਿਲਾ ਕੰਮ ਤੁਹਾਡਾ ਇਹ ਹੈ ਕਿ ਤੁਸੀਂ ਆਪਣੀ ਖੁਰਾਕ ਵਾਲੀ ਨਜ਼ਰ ਮਾਰਨੀ। ਯਾਰ ਸਾਡੀ ਕੋਈ ਖੁਰਾਕ ਦੇ ਵਿੱਚ ਕੋਈ ਐਸੀ ਵੈਸੀ ਚੀਜ਼ ਤੇ ਨਹੀਂ ਆਈ, ਅਸੀਂ ਕੋਈ ਪੱਠੇ ਵੱਢ ਕੇ ਲਿਆਏ ਯਾਰ ਉਹਦੇ ਵਿੱਚ ਕੋਈ ਚੀਜ਼ ਨਾ ਖਾਲੀ ਹੋਵੇ, ਠੀਕ ਆ। ਅਗਰ ਤਾਂ ਸ਼ਦੀਦ ਲੂਜ਼ ਮੋਸ਼ਨ ਲੱਗ ਗਈ ਹੈ ਕਿ ਪਾਣੀ ਤਰ੍ਹਾਂ ਉਹ ਕਰ ਰਹੀ ਹੈ, ਠੀਕ ਆ, ਉੱਥੇ ਤੁਸੀਂ ਉਹਦਾ ਫੌਰਨ ਉਹਦਾ ਇਲਾਜ ਕਰੋ ਜੀ। ਫੌਰਨ ਉਹਦਾ ਇਲਾਜ ਕੀ ਕਰਨਾ ਹੈਗਾ, ਸਲਫਾ ਸਕੋਰ ਮਿਲ ਜਾਂਦੀ, ਸਲਫਾ ਸਕੋਰ ਹੋ ਗਈ, ਸਕੋਰ ਰੈਕਸ ਹੋ ਗਈ, ਕਈ ਇੱਦਾਂ ਦੇ ਨਾਮਾਂ ਤੋਂ ਮੈਡੀਸਨ ਹੈ ਵਾ। ਤੁਸੀਂ ਉਹਦੀ ਡੋਜ਼ ਜਿਹੜੀ ਹੈ ਵਾ, ਅਗਰ 50 ਕਿਲੋ ਦੀ ਹੈ ਨਾ ਬੱਕਰੀ, ਤੇ ਉਹਨੂੰ 1 cc 1 ਕਿਲੋ ਦੇ ਹਿਸਾਬ ਨਾਲ ਤੁਸੀਂ ਉਹਨੂੰ ਦੇ ਦੇਵੋ। ਜੋ ਤੁਸੀਂ ਪਹਿਲੀ ਡੋਜ਼ ਉਹਨੂੰ ਜੋ ਦੋਗੇ ਨਾ, ਇਨਸ਼ਾਅੱਲਾ ਉੱਥੇ ਉਹਦੇ ਲੂਜ਼ ਮੋਸ਼ਨ ਹਟ ਜਾਣਗੇ। ਤੇ ਨਾਲ ਅਗਰ ਜੇ ਤੁਸੀਂ ਮਹਿਸੂਸ ਕਰ ਰਹੇ ਯਾਰ ਇਹ ਜਾਨਵਰ ਨੂੰ ਲੂਜ਼ ਮੋਸ਼ਨ ਦੀ ਵਜ੍ਹਾ ਤੋਂ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਵਾ, ਉੱਥੇ ਤੁਸੀਂ ਟਰਾਈਬਰਸਨ ਦਾ ਵੀ ਇਸਤੇਮਾਲ ਕਰੋ, ਨਾਲ ਐਮੀਵਾਈ ਕਾਮ ਜਾਂ ਤਾਕਤ ਦਾ, ਔਰ ਨਾਲ ਇਹਦੇ ਜਿਹੜੇ ਹੈ ਵਾ ਮਿਨਰਲ ਜਾਂ ਜੋ ਵੀ ਉਹ ਪਾਣੀ ਜਿਹੜਾ ਜ਼ਾਇਆ ਹੋਏਗਾ, ਠੀਕ ਹੈ ਨਾ, ਉਹ ਇਹਦੇ ਨਾਲ ਕਵਰ ਹੋ ਜਾਏਗਾ। ਬੱਚਿਆਂ ਲਈ ਮੋਸ਼ਨ, ਬੱਚਿਆਂ ਵਾਸਤੇ ਵੀ ਸੇਮ ਇਹੀ ਹੈ, ਟਰਾਈਬਰਸਨ ਔਰ ਐਮੀਵਾਈ ਕਾਮ ਤੇ ਸਲਫਾ ਸਕੋਰ ਐਕਸ ਵਗੈਰਾ ਇਹੀ। ਬਿਹਤਰ ਹੋ ਗਿਆ। ਪਾਣੀ ਆਉਂਦਾ ਉਹ ਆਉਂਦੀ ਖਾਰਸ਼, ਜੂਆਂ ਵਗੈਰਾ ਜਾਂ ਇਹਨਾਂ ਚੀਜ਼ਾਂ ਲਈ? ਖਾਰਸ਼, ਜੂਆਂ, ਇਹ ਅਗਰ ਤੇ ਸਰਦੀ ਆ, ਕਿਉਂਕਿ ਸਰਦੀ ਦੇ ਵਿੱਚ ਅਸੀਂ ਤਾਂ ਪਰਹੇਜ਼ ਕਰੀਦੀ ਆ ਕਿ ਬੱਕਰੀਆਂ ਤੇ ਜਿਹੜਾ ਹੈ ਨਾ ਕਰੀਏ ਸਪਰੇ। ਕਿਉਂ ਸਾਡੇ ਅਲਹਮਦੁਲਿਲਾ ਮਸਲਾ ਹੈ ਨਹੀਂ, ਕਿਉਂ ਅਸੀਂ ਪ੍ਰੋਪਰ ਸਪਰੇਆਂ ਕਰ ਰਹੇ। ਜਦੋਂ ਗਰਮੀ ਆ ਜਾਣੀ ਆ ਤੇ ਉਦੋਂ ਅਸੀਂ ਪ੍ਰੋਪਰ ਸਪਰੇਆਂ ਕਰਦੇ ਰਹੀਦਾ। ਤੇ ਸਰਦੀਆਂ ਵਿੱਚ ਜਿਹੜਾ ਹੈ ਵਾ ਫਿਰ ਉਹ ਟਾਈਮ ਗੁਜ਼ਰ ਜਾਂਦਾ ਵਾ, ਕਿਉਂਕਿ ਜਦੋਂ ਪ੍ਰੋਪਰ ਇੱਥੇ ਸਪਰੇ ਹੁੰਦੀ ਰਹਿੰਦੀ ਆ, ਉੱਥੇ ਇਹ ਮਸਲੇ ਬਣਦੇ ਹੀ ਨਹੀਂ ਹੈਗੇ। ਸਪਰੇ ਕਿਹੜੀ ਕਰ ਰਹੇ ਹੋ? ਮੈਂ ਜਿਹੜੀ ਇਸ ਟਾਈਮ ਜਿਹੜੀ ਕਰ ਰਿਹਾ ਵਾਂ, ਉਹ ਕਦੀ ਐਕਟੋਫੋਨ ਇਸਤੇਮਾਲ ਕਰੀਦੀ, ਕਦੀ ਸੈਗਾਵਾਨ, ਕਦੀ ਉਹ ਕਰ ਲਈਦੀ। ਇੱਕ ਵੈਪਨ ਆਂਦੀ ਆ, ਟਿਕਾਫ ਆਂਦੀ ਆ, ਇਹ ਕਈ ਨਾਮਾਂ ਤੋਂ ਹੈ ਵਾ। ਕਿੰਨੀ ਡੋਜ਼ ਤੇ ਮਸ਼ੀਨ ਨਾਲ? ਹਾਂ, ਸਪਰੇ ਵਾਲੀ ਟੈਂਕੀ ਜਿਹੜੀ ਆ, ਜਾਂ ਅਗਰ ਛੋਟਾ ਸਿਸਟਮ ਆ ਤੇ ਉਹ ਜਿਹੜਾ ਫਵਾਰਾ ਜਿਹਾ ਹੁੰਦਾ, ਸ਼ਾਵਰ ਨਾਲ ਕਰ ਲਓ। ਗਿਲਟੀਆਂ ਵਗੈਰਾ ਬਣ ਜਾਂਦੀਆਂ ਅਗਰ ਕਿਸੇ ਜਗ੍ਹਾ, ਜਾਂ ਇੱਥੋਂ ਮੈਂ ਜਾਨਵਰ ਦੇ ਸਾਡੇ ਨਾ ਜੇ ਇੱਥੋਂ ਲਟਕਿਆ ਹੋਇਆ ਹੈ ਮੋਟਾ ਜਿਹਾ, ਉਹ ਤੁਸੀਂ ਕਹਿ ਰਹੇ ਸੀ ਕਿ ਬਾਇਬਾਦੀ ਦੀ ਵਜ੍ਹਾ ਨਾਲ ਖੁਰਾਕ, ਤਾਂ ਉਹ ਤਾਂ ਹੋ ਗਿਆ ਖੁਰਾਕ ਦੀ ਕਮੀ ਪੇਸ਼ੀ, ਲੇਕਿਨ ਉਹਦੇ ਲਈ ਕਿਹੜਾ ਟੀਕਾ ਜਾਂ ਦਵਾਈ ਇਸਤੇਮਾਲ ਕਰਨੀ ਚਾਹੀਦੀ? ਉਹਦੇ ਤੇ ਜਿਹੜਾ ਹੈ ਨਾ, ਤੁਸੀਂ ਲਿੰਕੋਮਾਈਸਿਨ ਇੰਜੈਕਸ਼ਨ ਉਹ ਵੀ ਇਸਤੇਮਾਲ ਕਰ ਸਕਦੇ ਹੋ, ਪੈਨਸਲੀਨ ਤੁਸੀਂ ਕਰ ਸਕਦੇ ਹੋ, ਠੀਕ ਹੈ ਨਾ। ਤੇ ਬਾਕੀ ਅਗਰ ਜੇ ਤੁਸੀਂ ਮੇਰੇ ਕੋਲ ਪੁੱਛੋ ਕਿ ਤੁਸੀਂ ਗਿਲਟੀਆਂ ਵਾਸਤੇ ਕਿਹੜਾ ਇੰਜੈਕਸ਼ਨ ਇਸਤੇਮਾਲ ਕਰਦਾ, ਮੈਂ ਕਰਦਾ ਹੀ ਨਹੀਂ ਹੈ, ਕਿਉਂਕਿ ਸਾਡੇ ਉਦੋਂ ਹੀ ਜ਼ਿਆਦਾ ਮਸਲੇ ਆਉਂਦੇ ਜਦੋਂ ਅਸੀਂ ਪ੍ਰੋਪਰ ਮਸਾਲਾ ਨਹੀਂ ਅਸੀਂ ਆਪਣੇ ਜਾਨਵਰ ਨੂੰ ਦੇ ਪਾ ਰਹੇ ਹੁੰਦੇ,
ਤੇ ਉਹਦਾ ਇਹ ਮਸਲੇ ਆਉਂਦੇ ਮਸਾਲੇ ਦੀ ਵਗੈਰਾ। ਤੁਸੀਂ ਨਾ ਜੀ ਇੱਕ ਵੀਡੀਓ ਬਣਾਈ ਸੀ, ਉਹ ਹੁਣ ਮੈਂ ਇੱਥੇ ਨਹੀਂ ਦੁਹਰਾਉਂਦਾ, ਉਹ ਤੁਹਾਡੀ ਵੀਡੀਓ ਚੈਨਲ ਤੇ ਮੌਜੂਦ ਆ, ਜਿਹੜੇ ਸਾਥੀ ਦੇਖਣਾ ਚਾਹਣ ਉਹ ਤੋਂ ਦੇਖ ਸਕਦੇ ਹੋ। ਅਸੀਂ ਬਣਾਈਏ ਹੁਣ ਉਹਦੇ ਲਈ ਅਰਜ਼ ਹੈ ਕਿ ਕਿਤਨੇ ਦਿਨ ਬਾਅਦ ਤਸਲਿਆਂ 'ਚ ਰੱਖ ਦੇਣਾ ਚਾਹੀਦਾ ਹੈ? ਤੁਸੀਂ ਲਾਜ਼ਮਨ ਨਹੀਂ ਹੈ ਕਿ ਤੁਸੀਂ ਤਸਲਿਆਂ ਵਿੱਚ ਹੀ ਰੱਖਣਾ, ਤੁਸੀਂ ਖੁਦ ਪਕੜ ਕੇ ਆਪਣੇ ਜਾਨਵਰਾਂ ਨੂੰ ਵੀ ਤੁਸੀਂ ਦੇ ਸਕਦੇ ਹੋ। ਇੰਨੀ ਕੁ ਯਾਨੀ 10-10 ਗ੍ਰਾਮ 15 ਗ੍ਰਾਮ ਦੇ ਦਿਓ। ਕਿ 15 ਤੋਂ 20 ਗ੍ਰਾਮ ਤੁਸੀਂ ਇੱਕ ਕੁਛ ਜਾਨਵਰ ਉਹ ਥੋੜੀ ਮੋਟੀ ਥੱਲੇ ਡੋਲ ਦੇਣਗੇ, ਥੋੜੀ ਬਹੁਤੀ ਅੰਦਰ ਚਲੇ ਜਾਏਗੀ ਮੂੰਹ 'ਚ ਮਾਰ ਨਹੀਂ, ਉਹ ਕੋਈ ਇਸ਼ੂ ਨਹੀਂ ਹੈਗਾ। ਕਿੰਨੇ ਦਿਨ ਬਾਅਦ? ਹੈਂ? ਕਿਤਨੇ ਦਿਨ ਉਹ ਬਾਅਦ? ਕਮ ਅਜ਼ ਕਮ ਤੁਸੀਂ ਜ਼ਿਆਦਾ ਨਹੀਂ ਤੇ 15 ਦਿਨ ਬਾਅਦ ਤੇ ਹਾਜ਼ਮੇਦਾਰ ਮਸਾਲਾ ਦਿਓ ਨਾ, ਜੀ ਬਿਲਕੁਲ। ਕਮ ਅਜ਼ ਕਮ। ਬਾਕੀ ਉਹ ਤੁਹਾਡਾ ਖੁਰਾਕ ਤੇ ਡਿਪੈਂਡ ਕਰ ਰਿਹਾ, ਤੁਸੀਂ ਕਿਦਾਂ ਦੀ ਖੁਰਾਕ ਪਾ ਰਹੇ। ਇਹ ਤੁਸੀਂ 15 ਦਿਨ ਦੀ ਬਜਾਏ ਹਫਤੇ ਬਾਅਦ ਵੀ ਤੁਸੀਂ ਦੇ ਸਕਦੇ ਹੋ। ਅਗਰ ਕੋਈ ਐਸੀਆਂ ਦਵਾਈਆਂ ਜਿਹੜੀਆਂ ਤੁਸੀਂ ਕਹੋ ਕਿ ਯਾਰ ਇਹ ਤੁਹਾਡੇ ਸਟੋਰ ਤੇ ਹਰ ਟਾਈਮ ਹੋਣੀਆਂ ਚਾਹੀਦੀਆਂ, 2-4 ਟੀਕੇ ਮੋٹے ਚਾਹੇ ਪਹਿਲੇ ਤੁਸੀਂ ਦੱਸੇ ਹੀ ਆ, ਫਿਰ ਉਹਨਾਂ ਦੇ ਨਾਮ ਇਕੱਲੇ ਰਿਪੀਟ ਕਰ ਦਿਓ। ਤੁਹਾਡੇ ਕੋਲ ਜਿਹੜਾ ਹਰ ਟਾਈਮ ਜਿਹੜੇ ਮੌਜੂਦ ਹੋਣੇ ਚਾਹੀਦੇ ਆ, ਥੋੜੀ ਨਾਲ ਉਹਨਾਂ ਦੀ ਬਿਮਾਰੀ ਔਰ ਇੱਕ ਨਾਮ ਦੱਸ ਦਿਓ। ਪੇਨ ਕਿਲਰ ਜਿਹੜਾ ਹੈ ਵਾ, ਕਸ ਲਈ ਆ, ਇਹ ਬੁਖਾਰ ਵਾਸਤੇ ਕੀਟੋਜੈਕਟ ਹੋ ਗਿਆ, ਕੀਟੋਰਾਈਜ਼ ਹੋ ਗਿਆ, ਠੀਕ ਹੈ ਨਾ, ਇਹ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਬੁਖਾਰ ਵਾਸਤੇ, ਠੀਕ ਹੈ ਨਾ। ਇਹ ਬੁਖਾਰ ਤੇ ਵੀ ਕੰਮ ਕਰੇਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਵਾ ਇਹ ਅਗਰ ਕਿਸੇ ਵੀ ਜਾਨਵਰ ਦੀ ਕੋਈ ਦਰਦ ਵਗੈਰਾ ਹੋ ਰਹੀ ਹੈ ਉਹਦੇ ਤੇ ਵੀ ਕੰਮ ਕਰੇਗਾ, ਠੀਕ ਹੈ। ਇੱਕ ਇਹ ਤੁਹਾਡੇ ਕੋਲ ਹੋਣਾ ਚਾਹੀਦਾ ਵਾ। ਐਂਟੀਬਾਇਓਟਿਕ ਜਿਹੜਾ ਹੈ ਵਾ ਉਹ ਤੁਹਾਡੇ ਕੋਲ ਪੈਨਸਲੀਨ, ਉਸ ਤੋਂ ਬਾਅਦ ਆਕਸੀ ਟੈਟਰਾਸਾਈਕਲੀਨ, ਠੀਕ ਹੈ। ਇਹ 2 ਇੰਜੈਕਸ਼ਨ ਟਰਾਈਬਰਸਨ ਇਹ ਤੁਹਾਡੇ ਕੋਲ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਆ ਜਾਂਦੀ ਇਹਨਾਂ ਦੀ ਖੁਰਾਕ। ਖੁਰਾਕ ਦੇ ਅੰਦਰ ਤੁਸੀਂ ਕੀ ਸਮਝਦੇ ਹੋ ਕਿ ਖੁਸ਼ਕ ਬਿਹਤਰ ਆ ਜਾਂ ਸਬਜ਼ ਬਿਹਤਰ ਆ? ਵੀਰੇ ਅਸਲ ਦੇ ਵਿੱਚ ਨਾ ਇਹ ਪਾਕਿਸਤਾਨ ਦੇ ਵਿੱਚ ਐਸੇ ਚੀਜ਼ ਦੀ ਬਹਿਸ ਚੱਲਦੀ ਹੈ, ਖੁਸ਼ਕ ਜਾਂ ਵੀ ਤਾਜ਼ਾ ਚਾਰਾ ਜਿਹੜਾ ਆਪਾਂ ਪਾ ਰਹੇ ਹਾਂ, ਠੀਕ ਆ। ਅਸਲ ਦੇ ਵਿੱਚ ਬੱਕਰੀ ਦਾ ਜਿਹੜਾ ਸਹੀ ਜਿਹੜਾ ਚਾਰਾ ਜਿਹੜਾ ਨਾ ਖੁਸ਼ਕ, ਕਿਉਂਕਿ ਮੈਂ ਜੋ ਪਾ ਰਿਹਾ ਮੈਂ ਉਹਦਾ ਹੀ ਮੈਂ ਨਾਮ ਲੈਣਾ, ਠੀਕ ਹੈ ਨਾ। ਔਰ ਤੁਸੀਂ ਪਾ ਰਹੇ ਹੋ ਤੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਗਰੋਥ ਵੀ ਹੈ। ਹਾਂ, ਤੁਸੀਂ ਉਹ ਦੇਖ ਕੇ ਚੱਲੇ ਹੋ। ਬੱਚਿਆਂ ਨੂੰ ਵੀ ਦੇਖਿਆ ਹੈ, ਬੜੇ ਜਾਨਵਰਾਂ ਨੂੰ ਵੀ ਦੇਖਿਆ ਹੈ, ਉਹਦਾ ਰਿਜ਼ਲਟ ਵੀ ਨਜ਼ਰ ਆ ਰਿਹਾ ਹੈ। ਔਰ ਅਸੀਂ ਜਿਹੜਾ ਸਬਜ਼ ਪਾਉਂਦੇ ਆ ਸਾਨੂੰ ਉਹਦੇ ਰਿਜ਼ਲਟ ਵੀ ਸਾਡੇ ਸਾਹਮਣੇ ਹੈ, ਹਾਂ ਉਹ ਦੇਖਿਆ ਹੈ ਜਿਹੜਾ ਪਾਣੀ ਚੱਲਦਾ ਜੀ। ਦੂਸਰੀ ਬਾਤ ਇਹ ਹੈ ਕਿ ਬੱਕਰੀ ਆ ਜਾਂ ਬੱਚਾ ਹੈ, ਉਹਦੀ ਅੱਖਾਂ ਚੋਂ ਜਾਂ ਮੂੰਹ ਚੋਂ ਪਾਣੀ ਆ ਰਿਹਾ ਹੈ। ਕਿੰਨੇ ਦਿਨ ਦਾ ਬੱਚਾ? ਬੱਚਾ ਤਕਰੀਬਨ ਹਫਤੇ ਦਾ ਲਗਾ ਲਓ। ਇਹ ਜਿਹੜਾ ਅੱਖਾਂ 'ਚ ਜਿਹੜਾ ਪਾਣੀ ਆਣਾ ਨਾ, ਬਾਅਦ ਕਾਤ ਇਸ ਤਰ੍ਹਾਂ ਹੁੰਦੀ ਹੈ ਕਿ ਨੀਚੇ ਸਫਾਈ ਅਗਰ ਨਾ ਹੋਈ ਹੋਵੇ, ਉਹਨੂੰ ਥੱਲੋਂ ਅਮੋਨੀਆ ਗੈਸ ਜਿਹੜੀ ਆ ਉਹ ਚੜ੍ਹਦੀ ਆ, ਉਹਦੀ ਵਜ੍ਹਾ ਤੋਂ ਵੀ ਪਾਣੀ ਅੱਖਾਂ 'ਚੋਂ ਆਉਣਾ ਸ਼ੁਰੂ ਹੋ ਜਾਂਦਾ ਵਾ, ਠੀਕ ਆ। ਉਸ ਤੋਂ ਬਾਅਦ ਜਦੋਂ ਇਸ ਤੋਂ ਉੱਪਰ ਜਦੋਂ ਬੱਚੇ ਜਾਂਦੇ ਹੈਗੇ ਆ, ਠੀਕ ਹੈ ਨਾ, ਕਿ ਉਹਨਾਂ ਦੀ ਅੱਖਾਂ 'ਚੋਂ ਅਗਰ ਜੇ ਪਾਣੀ ਆਉਣੋਂ ਨਹੀਂ ਹਟ ਰਿਹਾ, ਉੱਥੇ ਤੁਸੀਂ ਕੋਈ ਵੀ ਡਰਾਪ ਲੈ ਕੇ, ਠੀਕ ਹੈ ਨਾ, ਕੋਈ ਵੀ ਇਨਸਾਨਾਂ ਵਾਲੇ ਵੀ ਤੁਸੀਂ ਕੋਈ ਵੀ ਡਰਾਪ ਲੈ ਕੇ ਅਗਰ ਪਾਓਗੇ ਉਹਦੇ ਨਾਲ ਵੀ ਅਫਾਕਾ ਹੋ ਜਾਏਗਾ, ਠੀਕ ਆ। ਅਗਰ ਜੇ ਤੁਸੀਂ ਕਹਿ ਰਹੇ ਕਿ ਨਹੀਂ ਯਾਰ ਸਾਡੇ ਕੋਲ ਅਸੀਂ ਨਹੀਂ ਜਾਣਾ ਮੈਡੀਕਲ ਸਟੋਰ ਤੇ, ਤੁਹਾਡੇ ਕੋਲ ਫਾਰਮ ਤੇ ਹੀ ਅਗਰ ਪਈ ਆਕਸੀ ਟੈਟਰਾਸਾਈਕਲੀਨ, ਤੁਸੀਂ ਉਹ ਅੱਖਾਂ ਦੇ ਵਿੱਚ ਇੱਕ ਇੱਕ ਕਤਰਾ ਉਹ ਪਾ ਦਿਓ, 1-2 ਦਿਨ ਪਾਓ, ਤੁਹਾਡੇ ਮਸਲੇ ਹੱਲ ਹੋ ਜਾਣਗੇ। ਜੀ ਬਿਹਤਰ। ਜਿਹੜਾ ਪਾਣੀ ਆਉਂਦਾ ਮੂੰਹ ਚੋਂ ਪਾਣੀ ਕਿੰਨੇ ਦਿਨ ਦਾ ਬੱਚਾ ਜਾਂ ਮੂੰਹ 'ਚ ਪਾਣੀ? ਹਫਤੇ ਦਾ ਬੱਚਾ। ਹਫਤੇ ਦਾ ਜਿਹੜਾ ਬੱਚਾ ਜਿਹਦੇ ਮੂੰਹ 'ਚ ਪਾਣੀ ਆਉਂਦਾ ਹੈਗਾ ਨਾ, ਉਹ ਅਗਰ ਦੁੱਧ ਪੀਂਦਾ, ਅਗਰ ਖਾਂਸੀ ਕਰ ਰਿਹਾ ਵਾ, ਦੁੱਧ ਪੀਂਦਾ ਅਗਰ ਉਹ ਖਾਂਸੀ ਕਰ ਰਿਹਾ ਵਾ, ਠੀਕ ਹੈ ਨਾ, ਦੁੱਧ ਵੀ ਨਹੀਂ ਪੀ ਰਿਹਾ, ਪਾਣੀ ਆ ਰਿਹਾ, ਪਾਣੀ ਆ ਖਾਂਸੀ ਵੀ ਨਹੀਂ ਕਰਦਾ, ਪਾਣੀ ਆ ਰਿਹਾ ਵਾ, ਠੀਕ ਆ। ਲਾਜ਼ਮੀ ਤੌਰ ਤੇ ਉਹ ਬੱਚਾ ਤੁਹਾਡਾ ਕਮਜ਼ੋਰ ਹੋਏਗਾ ਜੀ। ਕਮਜ਼ੋਰ ਆ, ਲੱਤਾਂ ਤੋਂ ਖੜਾ ਨਹੀਂ ਹੋ ਰਿਹਾ। ਹਾਂ, ਉਹ ਚੀਜ਼ ਅਗਰ ਬੱਕਰੀ ਦੀ ਖੁਰਾਕ ਬਿਹਤਰ ਹੁੰਦੀ, ਠੀਕ ਆ, ਬੱਚਾ ਆਟੋਮੈਟਿਕ ਸਿਹਤਮੰਦ ਹੋਣਾ ਸੀ, ਉਹ ਚੀਜ਼ਾਂ ਨਹੀਂ। ਉਹਦੇ ਤੇ ਤੁਸੀਂ ਉਹੀ ਦੁਬਾਰਾ ਫਿਰ ਸੈਲੀਵੇਟ ਜਿਹੜਾ ਵਾ ਉਹਦਾ ਇਸਤੇਮਾਲ ਤੁਸੀਂ ਕਰਵਾ ਸਕਦੇ ਹੋ। ਉਮੀਦ ਆ ਜੋ ਤੁਸੀਂ ਸੈਲੀਵੇਟ ਦਾ ਇਸਤੇਮਾਲ ਕਰਵਾਓਗੇ ਨਾ, ਕਿਉਂਕਿ ਸੈਲੀਵੇਟ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਹੈਗੀਆਂ ਵਾ, ਅਗਰ ਉਹ ਕੱਲੀ ਚੀਜ਼ ਦਾ ਨਾਮ ਲਵਾਂਗੇ ਨਾ ਤੇ ਫਿਰ ਬਹੁਤ ਕੰਮ। ਸੈਲੀਵੇਟ ਉਹਨੂੰ ਲਾਈਏ। ਹਾਂ, ਉਹਨੂੰ ਸੈਲੀਵੇਟ ਦਾ ਉੱਥੇ ਉਸ ਬੱਚਿਆਂ ਨੂੰ ਤੁਸੀਂ ਸੈਲੀਵੇਟ ਇਸਤੇਮਾਲ ਉਹਨੂੰ ਕਰਾਇਆ ਕਰੋ। ਜੀ ਬਿਹਤਰ ਹੈ। ਅੱਛਾ, ਦੂਸਰਾ ਜਿਹੜਾ ਅਸੀਂ ਇਹਨਾਂ ਨੂੰ ਵੰਡਾ ਦੇਣਾ ਹੈ, ਵੰਡੇ ਦੇ ਅੰਦਰ ਅਸੀਂ ਤੁਹਾਡਾ ਵੰਡਾ ਦੇਖਿਆ ਹੈ, ਜਿਹਦੇ ਅੰਦਰ ਤੁਸੀਂ ਮੱਕੀ ਹੈ, ਕਣਕ ਹੈ, ਸਰਸੋਂ ਦੀ ਖਲ ਹੈ ਔਰ ਬਾਕੀ ਮਿਲੀਅਨ ਹੈ, तो ਇਹ ਸਭ ਤੋਂ ਅੱਛਾ ਤੁਸੀਂ ਸ਼ੁਮਾਰ ਕਰਦੇ ਹੋ? ਹਾਂ, ਮੇਰੇ ਹਿਸਾਬ ਜੀ ਕਿਉਂਕਿ ਤੁਸੀਂ ਖੁਦ ਇਸਤੇਮਾਲ ਹਾਂ, ਕਰਦੇ। ਮੈਂ ਖੁਦ ਅੱਛਾ, ਇਸਤੇਮਾਲ ਕਰ ਰਿਹਾ ਇੱਕ ਛੋਟੀ ਜੀ ਬਾਤ ਮੇਰੇ ਜ਼ਿਹਨ 'ਚ ਆ ਗਈ, ਫਿਰ ਨਿਕਲ ਨਾ ਜਾਏ, ਕਿ ਤੁਸੀਂ ਜਾਨਵਰਾਂ ਦੇ ਗੋਠ ਦੀ ਹਿਸਾਬ ਨਾਲ ਸਰਦੀ ਨੂੰ ਕਿਦੋਂ ਸਮਝਦੇ ਹੋ ਕਿ ਖਤਮ ਹੋ ਗਈ ਹੈ? ਸਰਦੀ ਯਾਨੀ ਉਦੋਂ ਅਸੀਂ ਆਇਲ ਚੇਂਜ ਕਰ ਲਈਏ, ਖੁਰਾਕ ਚੇਂਜ ਕਰ ਲਈਏ। ਅਸਲ ਦੇ ਵਿੱਚ ਨਾ ਇੱਕ ਤਾਂ ਹੈ ਨਾ ਜੀ, ਰੱਬ ਵੱਲੋਂ ਮੌਸਮ ਕਦੀ ਫਰਵਰੀ 'ਚ ਗਰਮੀ ਵਾਲਾ ਬਣ ਗਿਆ, ਕਦੀ ਜਿਹੜਾ ਨਾ ਜੀ ਉਹ ਮਾਰਚ 'ਚ ਠੰਡਾ ਹੋ ਗਿਆ, ਲੇਕਿਨ ਤੁਸੀਂ ਵੈਸੇ ਇੱਕ ਆਮ ਰੂਟੀਨ 'ਚ ਕਿਦੋਂ ਸਮਝਦੇ ਹੋ ਕਿ ਹੁਣ ਬੱਕਰੀਆਂ ਦੀ ਗਰਮੀ ਵਾਲੀ ਖੁਰਾਕ ਸ਼ੁਰੂ ਕਰ ਦਈਏ? ਮਾਰਚ ਵਿੱਚ। ਮਾਰਚ 'ਚ ਉਹਨਾਂ ਦਾ ਆਇਲ ਵਗੈਰਾ, ਉਹਨਾਂ ਦੀ change ਕਰ ਖੁਰਾਕ ਵਗੈਰਾ ਚੇਂਜ ਕਰ ਬੇਫਿਕਰ ਹੋ ਕੇ ਚੇਂਜ ਕਰ ਬੇਫਿਕਰ ਹੋ ਕੇ ਤੁਸੀਂ ਕਰ ਸਕਦੇ ਹੋ। ਬਾਕੀ
ਚੀਜ਼ ਹੈ ਕਿ ਤੁਸੀਂ ਮੌਸਮ ਵੱਲ ਵੀ ਖਿਆਲ ਕਰਨਾ ਵਾ। ਇਹ ਕੁਦਰਤ ਦਾ ਨਿਜ਼ਾਮ ਆ, ਕਿਸੇ ਟਾਈਮ ਵੀ ਮੌਸਮ ਚੇਂਜ ਹੋ ਸਰਦੀ ਜਾਂਦਾ। ਕਦੋਂ ਆ ਜਾਂਦੀ ਹੈ? ਹਾਂ ਵੀ ਸਰਦੀ ਜਦੋਂ ਦੂਸਰਾ ਇਹ ਹੈ ਕਿ ਕਿਉਂਕਿ ਜਿਹੜੀ ਹੁੰਦਾ ਨਾ ਮਾਰਚ ਦੇ ਮਹੀਨੇ ਵਿੱਚ ਜਦੋਂ ਮੌਸਮ ਚੇਂਜ ਹੁੰਦਾ ਵਾ, ਉਹ ਕੋਈ ਇੰਨੇ ਦਿਨ ਕੋਈ ਖਾਸ ਲੰਬਾ ਨਹੀਂ ਚੱਲਦਾ ਹੈਗਾ, ਠੀਕ ਹੈ ਨਾ। ਤੇ ਬਾਕੀ ਬੇਸਿਕ ਉਹ ਜਿਹੜੀ ਚੀਜ਼ ਨੋਟ ਕਰਨ ਵਾਲੀ ਉਹ ਤੁਸੀਂ ਖੁਦ ਤੁਸੀਂ ਨੋਟ ਕਰਨਾ ਵਾ ਕਿ ਮੌਸਮ ਹੁਣ ਚੇਂਜ ਹੋ ਗਿਆ ਵਾ ਤੇ ਅਸੀਂ ਆਪਣੀ ਖੁਰਾਕ ਦੇ ਵਿੱਚ ਕੀ ਰਦੋ ਬਦਲ ਜਾਂ ਆਇਲ ਵਿੱਚ ਕੀ ਰਦੋ ਬਦਲ ਅਸੀਂ ਕਰ ਸਕਦੇ ਸਰਸੋਂ ਦਾ ਤੇਲ ਗਰਮੀਆਂ 'ਚ ਇਹਦਾ ਸਰਸੋਂ ਮੁਕਾਬਲਾ ਕਿਸੇ ਚੀਜ਼ ਹਾਂ। ਨਾਲ ਨਹੀਂ, ਹਾਂ ਸਰਸੋਂ ਦਾ ਆਇਲ ਲਓ। ਸਰਦੀਆਂ 'ਚ ਸਰਦੀਆਂ ਦੇ ਵਿੱਚ ਜਾਂ ਡਾਲਡਾ ਘੀ ਜਾਂ ਤਿਲਾਂ ਦਾ ਤੇਲ ਦੇ ਲਓ। ਇਹਦਾ ਮੁਕਾਬਲਾ ਕਿਸੇ ਚੀਜ਼ ਨਾਲ ਨਹੀਂ ਤੁਸੀਂ ਕਰਦੇ ਸਰਸੋਂ ਦਾ ਤੇਲ ਦੇਣਾ ਗਾ ਖੁਰਾਕ ਵਿੱਚ ਮਿਲਾ ਕੇ। ਹਾਂ ਵੰਡੇ ਚ ਆਇਲ ਕੋਈ ਵੀ ਤੁਸੀਂ ਦੇਣਾ ਵੰਡੇ ਚ ਮਿਲਾ ਕੇ ਦਿਓ। ਮਿਸਾਲ ਹੈ ਅਸੀਂ ਤੂੜੀ ਤੇ ਦੂਸਰਾ ਵੰਡਾ ਪਾਉਂਦੇ ਹਾਂ ਇਹੀ ਮੱਕੀ ਉਹਦੇ ਉੱਤੇ ਹੀ ਇਹਨੂੰ ਮਿਲਾ ਦਿੱਤਾ ਜਾਂਦਾ ਹਾਂ ਕਿੰਨਾ ਮਿਲਾ ਕੇ ਪਾਉਣਾ? ਪਾ ਸਕਦੇ ਕਿੰਨੀ ਹੋ। ਕੀ ਮਿਕਦਾਰ ਹੋਵੇ? ਫੀ ਗੋਟ ਕਿੰਨਾ ਹਾਂ ਫ੍ਰੀ ਜਾਨਵਰ ਠੀਕ ਆ ਨਾ। ਆਇਲ ਜਿਹੜਾ ਵਾ ਜੋ ਜਿਸ ਤਰ੍ਹਾਂ ਮੈਂ ਹੁਣ ਦੇ ਰਿਹਾ ਫੁੱਲ ਵੱਡੀ ਜਿਹੜੀ ਬੱਕਰੀ ਆ ਉਹਨੂੰ ਡੇਲੀ 50 ਸੀਸੀ ਜਿਹੜਾ ਮੈਂ ਉਹ ਦੇ ਰਿਹਾ ਹਾਂ, ਜੀ, ਠੀਕ ਆ। ਅਗਰ ਜੇ ਤੁਸੀਂ ਉੱਥੇ ਕਰ ਰਹੇ ਸਬਜ਼ ਚਾਰਾ ਤੁਸੀਂ ਇਸਤੇਮਾਲ ਕਰ ਰਹੇ ਹੋ, ਠੀਕ ਹੈ ਨਾ, ਉੱਥੇ ਤੁਸੀਂ ਡੇਲੀ ਨਾ ਦਿਓ, ਉੱਥੇ ਇੱਕ ਦਿਨ ਰੈਸਟ ਕਰ ਲਵੋ, ਇੱਕ ਦਿਨ ਛੋੜ ਕੇ 50 ਸੀਸੀ ਜਿਹੜਾ ਤੁਸੀਂ ਦੇ ਸਕਦੇ ਹੋ। ਜਾਂ ਇਹਨੂੰ ਅਗਰ ਹਾਫ ਕਰ ਲਈਏ ਰੋਜ਼ ਕਰਨਾ ਤੇ ਹਾਫ ਕਰ ਲਈਏ। ਹਾਂ ਜਦੋਂ ਤੁਸੀਂ ਖੁਸ਼ਕ ਚਾਰੇ ਤੇ ਚੱਲ ਰਹੇ ਹੋ ਫਿਰ ਇੱਕ ਤੁਹਾਡੀ ਰੂਟੀਨ ਹੋਣੀ ਚਾਹੀਦੀ ਹੈ ਕਿ ਡੇਲੀ 50 ਸੀਸੀ ਤੁਸੀਂ ਦੇਈ ਜਾਓ ਤੇ ਫਿਰ ਤੁਸੀਂ ਖੁਦ ਹੀ ਉਹਨਾਂ ਜਾਨਵਰਾਂ ਦੀ ਸ਼ਾਈਨਿੰਗ ਵੀ ਦੇਖ ਲਿਓ। ਜਦੋਂ ਕ੍ਰਾਸ ਹੋਣਗੇ ਉਹਨਾਂ ਦੇ ਬੱਚਿਆਂ ਦੀ ਗਰੋਥ ਵਗੈਰਾ ਹਰ ਚੀਜ਼ ਤੁਹਾਨੂੰ ਖੁਦ ਹੀ ਪਤਾ ਚੱਲ ਜਾਣਾ। ਅੱਛਾ ਇੱਕ ਛੋਟਾ ਜਿਹਾ ਹੋਰ ਸੀ ਤੁਸੀਂ ਇੱਕ ਦੱਸਿਆ ਸੀ ਕਿ ਅਗਰ ਤੁਹਾਡੇ ਬੱਚੇ ਗਰੋਥ ਨਹੀਂ ਕਰ ਰਹੇ ਤੁਸੀਂ ਵੀਡੀਓ ਬਣਾਈ ਸੀ ਇੱਕ ਟੀਕਾ ਦੱਸਿਆ ਸੀ ਕਰੋ ਉਹਦਾ ਨਾਮ ਦੁਹਰਾ ਦਿਓ। ਵਿਟਾਮਿਨ AD3 ਇਹ ਕਿੰਨੇ ਦਿਨ ਬਾਅਦ ਕਿੰਨੀ ਉਮਰ ਤੱਕ ਲਾ ਦੇਣਾ ਚਾਹੀਦਾ ਹੈ ਇਹ ਵਿਟਾਮਿਨ AD3 ਜਿਹੜਾ ਹੈ ਵਾ ਤੁਸੀਂ 15 ਦਿਨ ਦੇ ਬੱਚੇ ਨੂੰ ਵੀ ਲਗਾ ਸਕਦੇ ਹੋ ਔਰ ਕਿੰਨੇ ਅਰਸੇ ਤੱਕ ਇਹ ਲਾ ਦੇਣਾ ਚਾਹੀਦਾ ਹੈ? ਤੇ ਬਾਕੀ ਜਿੱਥੇ ਆਪਾਂ ਪਹਿਲੇ ਦੇਖ ਰਹੇ ਕਿ ਅਸੀਂ ਸੈਲੀਵੇਟ ਦਾ ਇਸਤੇਮਾਲ ਕਰ ਰਹੇ ਹਾਂ ਉੱਥੇ ਤੁਸੀਂ ਵਿਟਾਮਿਨ AD3 ਨਾ ਕਰੋ। ਉੱਥੇ ਵਿਟਾਮਿਨ AD3 ਜਿਹੜਾ ਹੈ ਵਾ 1 ਮਹੀਨੇ ਤੋਂ ਜਦੋਂ ਉੱਪਰ ਜਾ ਰਿਹਾ ਵਾ ਬੱਚਾ, ਜਦੋਂ ਤੁਹਾਨੂੰ ਪਤਾ 1 ਮਹੀਨਾ ਜਾਂ 45 ਦਿਨ ਦਾ ਬੱਚਾ ਹੋ ਗਿਆ ਵਾ, ਤੁਸੀਂ ਉੱਥੇ ਅਗਰ ਜੇ ਰੈਗੂਲਰ ਉੱਥੇ ਵਿਟਾਮਿਨ AD3 ਦਾ ਇਸਤੇਮਾਲ ਕਰਾਓਗੇ ਇਨਸ਼ਾਅੱਲਾ ਉਹ ਬੱਚੇ ਦੀ ਗਰੋਥ ਵੀ ਤੁਹਾਨੂੰ ਦੱਸੇਗੀ, ਠੀਕ ਆ। ਉਸ ਬੱਚੇ ਦਾ ਕੱਦ ਅਗਰ ਉਹ ਕੋਈ ਬਿਹਤਰ ਹੋਇਆ, ਠੀਕ ਹੈ ਨਾ। ਬਾਕੀ ਉਹ ਇਹ ਜਿਹੜੀਆਂ ਗੱਲਾਂ ਜਿਹੜੀਆਂ ਹੈ ਨਾ ਬਲੱਡ ਲਾਈਨ ਉਹ ਫਿਰ ਇਹਨੂੰ ਤੁਸੀਂ ਛੋੜ ਹੀ ਦਿਓ ਇਸ ਚੀਜ਼ ਨੂੰ ਵੀ ਵਿਟਾਮਿਨ AD3 ਜਿਹੜਾ ਹੈ ਵਾ ਇਹ ਜਦੋਂ 1 ਮਹੀਨੇ ਤੋਂ ਉੱਪਰ ਜਾਂ 45 ਦਿਨ ਦਾ ਬੱਚਾ ਹੋ ਜਾਂਦਾ ਵਾ ਤੁਸੀਂ ਹਫਤੇ 'ਚ ਇੱਕ ਸ਼ਾਟ ਜਿਹੜਾ ਇਹਨੂੰ ਤੁਸੀਂ ਬੱਚੇ ਨੂੰ ਦੇ ਸਕਦੇ ਹੋ। ਬਹੁਤ ਸ਼ੁਕਰੀਆ ਸ਼ਾਹਿਦ ਭਾਈ, ਤੁਸੀਂ ਬੜੀ ਤਫਸੀਲ ਨਾਲ ਜਿਹੜੀਆਂ ਸਾਰੀਆਂ ਗੱਲਾਂ ਦੱਸੀਆਂ। ਅੱਲਾਹ ਤਾਲਾ ਤੁਹਾਡੇ ਮਾਲ ਜਾਨ 'ਚ ਇੱਜ਼ਤਾਂ 'ਚ ਇਜ਼ਾਫਾ ਫਰਮਾਏ। ਬਹੁਤ ਸ਼ੁਕਰੀਆ। ਕੋਈ ਮਜ਼ੀਦ ਗੱਲ ਤੁਸੀਂ ਕਹਿਣਾ ਚਾਹੋ ਤਾਂ? ਅੱਛਾ ਅਕਸਰ ਵੀਰ ਕਹਿਣਗੇ ਕਿ ਸਾਈਡ ਤੋਂ ਆਵਾਜ਼ ਆ ਰਹੀ ਸੀ, ਸਾਈਡ ਤੇ ਭਾਈ ਖੜੇ ਆ, ਉਹ ਕਹਿ ਰਹੇ ਸੀ ਕਿ ਮੇਰੀ ਵੀਡੀਓ ਵਿੱਚ ਨਾ ਆਵੇ ਤੇ ਉਹ ਇਸ ਕਰਕੇ ਤੇ ਵੀ ਮੇਰੀ ਤਸਵੀਰ ਨਾ ਆਵੇ, ਠੀਕ ਹੈ। ਤੇ ਉਹ ਇਸ ਕਰਕੇ ਫਿਰ ਉਧਰੋਂ ਵੀ ਉਹ ਮੇਰੇ ਸਵਾਲ ਨਾਲ ਆ ਹੀ ਰਹੇ ਆਏ ਨੇ ਸੀਗੇ। ਜੀ, ਲੇਕਿਨ ਉਹ ਕੁਝ ਤੇ ਤਸਵੀਰ ਤੋਂ ਬਚਣਾ ਚਾਹੁੰਦੇ ਸਨ ਤਾਂ ਇਸ ਤੋਂ ਉਹਨਾਂ ਦੀ ਬਾਅਦ ਸਵਾਲ ਜਿਹੜੇ ਉਹਨਾਂ ਦੇ ਜ਼ਿਹਨ 'ਚ ਆ ਰਹੇ ਸੀ। ਬਹੁਤ ਸ਼ੁਕਰੀਆ ਜੀ। ਓਕੇ ਜੀ, ਅੱਲਾ ਹਾਫਿਜ਼।